ਜੀ ਸ੍ਰੀ ਪ੍ਰਭ ਸਭ ਜਗ ਅੰਤਰਜਾਮੀ ਤਵ ਪਦ ਕੰਜ ਨਮਾਮ ਨਮਾਮੀ। ਸ੍ਰੀ ਪ੍ਰਭ ਸਭ ਜਗ ਅੰਤਰਜਾਮੀ ਤਵ ਪਦ ਕੰਜ ਨਮਾਮ ਨਮਾਮੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਵੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਅਤੇ ਭਾਈ ਮਰਦਾਨੇ ਦੇ ਸਮੇਤ ਪ੍ਰਹਿਲਾਦਪੁਰੀ ਦੇ ਵਿੱਚ ਪਹੁੰਚਦੇ ਹਨ। ਉੱਥੇ ਭਗਤ ਪ੍ਰਹਿਲਾਦ ਜੀਆਂ ਦੇ ਨਾਲ ਬੜੇ ਬਚਨ ਵਿਲਾਸ ਹੋਏ ਤਾਂ ਸਤਿਗੁਰਾਂ ਦੇ ਮਿੱਠੇ ਅਤੇ ਅੰਮ੍ਰਿਤਮਈ ਗਿਆਨ ਵਾਲੇ ਬਚਨਾਂ ਦੇ ਵਿੱਚੋਂ ਅੰਦਾਜ਼ਾ ਲਗਾਇਆ। ਭਗਤ ਪ੍ਰਹਿਲਾਦ ਨੇ ਜਾਣਿਆ ਕਿ ਇਹ ਕੋਈ ਆਮ ਸਾਧੂ ਮਹਾਤਮਾ ਨਹੀਂ ਹੈ, ਇਹ ਤੇ ਹਰੀ ਪਰਮੇਸ਼ਵਰ ਦਾ ਹੀ ਅਵਤਾਰ ਹਨ। ਤਾਂ ਇਹ ਜਾਣ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ 'ਤੇ ਹੱਥ ਜੋੜ ਕੇ ਸੀਸ ਨਿਵਾ ਕੇ ਮੱਥਾ ਟੇਕਿਆ ਤਾਂ ਸਤਿਗੁਰਾਂ ਦੀ ਵੀ ਇਸ ਦੇ ਉੱਪਰ ਬੜੀ ਪ੍ਰਸੰਨਤਾ ਹੋਈ। ਤਾਂ ਕਾਫੀ ਸਮੇਂ ਦੇ ਬਚਨ ਵਿਲਾਸ ਹੋਣ ਤੋਂ ਬਾਅਦ ਭਾਈ ਬਾਲੇ ਨੇ ਭਗਤ ਪ੍ਰਹਿਲਾਦ ਜੀਆਂ ਦੇ ਪਾਸ ਬੇਨਤੀ ਕੀਤੀ ਕਿ ਆਪ ਜੀਆਂ ਦੀ ਕਥਾ ਵਾਰਤਾ ਕਹਾਣੀ ਕਿ ਜਿਸ ਤਰ੍ਹਾਂ ਪਰਮੇਸ਼ਵਰ ਨੇ ਆਪ ਦੀ ਥਾਂ ਥਾਂ 'ਤੇ ਰੱਖਿਆ ਕੀਤੀ ਇਸ ਮਾਤ ਲੋਕ ਦੇ ਵਿੱਚ, ਦੁਨੀਆ ਦੇ ਵਿੱਚ, ਉਹ ਕਹਾਣੀ ਉਹ ਕਥਾ ਵਾਰਤਾ ਸਾਰੇ ਜਗਤ ਦੇ ਵਿੱਚ ਬੜੀ ਪ੍ਰਸਿੱਧ ਹੈ। ਆਪ ਜੀ ਆਪਣੇ ਮੁਖਾਰਬਿੰਦ ਤੋਂ ਦੱਸੋ, ਸੁਣਾਵੋ। ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪ ਦੇ ਨਾਲ ਸਾਡਾ ਮਿਲਾਪ ਹੋਇਆ ਹੈ, ਆਪ ਦੇ ਦਰਸ਼ਨ ਹੋਏ ਹਨ। ਭਗਤ ਪ੍ਰਹਿਲਾਦ ਜੀ ਪ੍ਰਸੰਨ ਹੋਏ, ਖੁਸ਼ੀ ਦੇ ਵਿੱਚ ਆਏ। ਇਹ ਆਪਣੀ ਸਾਰੀ ਵਾਰਤਾ ਸੁਣਾਉਂਦੇ ਹਨ। ਭਾਵੇਂ ਉਸ ਸਮੇਂ ਭਾਈ ਬਾਲੇ ਦੇ ਪਾਸ ਭਗਤ ਪ੍ਰਹਿਲਾਦ ਜੀਆਂ ਨੇ ਸੰਖੇਪ ਤੌਰ 'ਤੇ ਹੀ ਥੋੜ੍ਹੇ ਹੀ ਬਚਨਾਂ ਦੇ ਵਿੱਚ ਇਹ ਸੁਣਾਇਆ ਸੀ ਸਾਰਾ ਪ੍ਰਸੰਗ, ਪਰ ਇੱਥੇ ਕਵੀ ਜੀਆਂ ਨੇ ਬੜੇ ਵਿਸਥਾਰ ਦੇ ਨਾਲ ਸਾਰਾ ਪ੍ਰਸੰਗ ਡਿਟੇਲ ਦੇ ਵਿੱਚ ਲਿਖ ਦਿੱਤਾ ਹੈ, ਜਿਸ ਦਾ ਕੋਈ ਹਰਜ ਨਹੀਂ ਹੈ। ਪਰ ਸਾਨੂੰ ਸੁਣਨ ਦੇ ਵਾਸਤੇ, ਪੜ੍ਹਨ ਦੇ ਵਾਸਤੇ ਸਾਰਾ ਇਤਿਹਾਸ, ਸਾਰੀ ਕਥਾ ਭਗਤ ਪ੍ਰਹਿਲਾਦ ਜੀਆਂ ਦੀ ਮਿਲੀ। ਇਸ ਦਾ ਸਾਨੂੰ ਬੜਾ ਫਾਇਦਾ, ਬੜਾ ਲਾਭ ਹੈ।
ਤਾਂ ਭਗਤ ਜੀਆਂ ਨੇ ਦੱਸਣਾ ਕੀਤਾ ਕਿ ਜਿਸ ਵਕਤ ਹਰਨਾਕਸ਼ ਦੇ ਭਰਾ ਹਿਰਨਾਕਸ਼ਪ ਨੇ ਬੜੀ ਤਪੱਸਿਆ ਕੀਤੀ, ਤਪੱਸਿਆ ਦੇ ਕਰਨ ਦੇ ਨਾਲ ਬੜੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਆਦਿ ਵੀ ਉਸ ਨੂੰ ਪ੍ਰਾਪਤ ਹੋਈਆਂ, ਤਾਂ ਉਹ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਸਾਰੀ ਪ੍ਰਿਥਵੀ ਨੂੰ ਚੱਕ ਕੇ ਪੈਤਾਲ ਦੇ ਵਿੱਚ ਲੈ ਗਿਆ ਸੀ। ਜਦ ਹਿਰਨਾਕਸ਼ ਇਸ ਤਰ੍ਹਾਂ ਕਰਕੇ ਪ੍ਰਿਥਵੀ ਨੂੰ ਪਾਤਾਲ ਦੇ ਵਿੱਚ ਲੈ ਗਿਆ ਕਿ ਸਾਰੇ ਜੀਵਾਂ ਨੂੰ ਡੁਬੋ ਕੇ ਮਾਰ ਦਿੱਤਾ ਜਾਵੇਗਾ, ਤਾਂ ਵਿਸ਼ਨੂੰ ਭਗਵਾਨ ਨੇ ਦੇਖਿਆ ਜੀਵਾਂ ਦੀ ਰੱਖਿਆ ਦੇ ਵਾਸਤੇ ਇੱਕ ਬਰਾਹ ਦਾ ਰੂਪ ਧਾਰਨ ਕੀਤਾ। ਬਰਾਹ ਨਾਮ ਹੈ ਸੂਰ ਦਾ, ਔਰ ਕਾਰਜ ਸਿੱਧੀ ਦੇ ਵਾਸਤੇ ਐਸਾ ਰੂਪ ਧਾਰਨ ਕੀਤਾ ਜਿਸ ਨੂੰ ਬਰਾਹ ਅਵਤਾਰ ਵੀ ਕਿਹਾ ਜਾਂਦਾ ਹੈ। ਤਾਂ ਬਰਾਹ ਦਾ ਅਵਤਾਰ ਧਾਰ ਕੇ ਰੂਪ ਧਾਰ ਕੇ ਉਸ ਹਿਰਨਾਕਸ਼ ਦੇ ਨਾਲ ਕਿੰਨਾ ਲੰਮਾ ਸਮਾਂ ਪਾਤਾਲ ਦੇ ਵਿੱਚ ਹੀ ਜੰਗ ਹੁੰਦਾ ਰਿਹਾ। ਆਖਰਕਾਰ ਇਸ ਨੂੰ ਮਾਰ ਦਿੱਤਾ ਅਤੇ ਪ੍ਰਿਥਵੀ ਨੂੰ ਉਸ ਸਥਾਨ ਤੋਂ ਚੁੱਕ ਕੇ ਅਸਲੀ ਟਿਕਾਣੇ 'ਤੇ ਲਿਆ ਕੇ ਰੱਖਿਆ, ਜੀਵਾਂ ਦੀ ਰੱਖਿਆ ਕੀਤੀ। ਤਾਂ ਹਿਰਨਾਕਸ਼ ਦੇ ਭਰਾ ਹਰਨਾਕਸ਼ ਨੂੰ ਪਤਾ ਲੱਗਿਆ ਕਿ ਵਿਸ਼ਨੂੰ ਭਗਵਾਨ ਨੇ ਬਰਾਹ ਦਾ ਰੂਪ ਧਾਰ ਕੇ ਮੇਰੇ ਭਰਾ ਨੂੰ ਮਾਰ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਤਾਂ ਬੜੇ ਕ੍ਰੋਧ ਦੇ ਵਿੱਚ ਆ ਕੇ ਹਰਨਾਕਸ਼ ਆਪਣੇ ਸਾਰੇ ਦੈਂਤਾਂ ਨੌਕਰਾਂ ਨੂੰ ਇਹ ਹੁਕਮ ਦੇ ਦਿੰਦਾ ਹੈ ਕਿ ਦੇਖੋ, ਬਿਨਾਂ ਹੀ ਗੱਲ ਤੋਂ ਵਿਸ਼ਨੂੰ ਭਗਵਾਨ ਨੇ ਇੱਕ ਛਲ ਧਾਰ ਕੇ ਬਰਾਹ ਦਾ ਰੂਪ ਧਾਰ ਕੇ ਮੇਰੇ ਭਰਾ ਨੂੰ ਮਾਰ ਦਿੱਤਾ, ਤੇ ਹੁਣ ਜਿੱਥੇ ਕਿੱਥੇ ਵੀ ਹੋ ਸਕੇ ਮੈਂ ਵਿਸ਼ਨੂੰ ਭਗਵਾਨ ਤੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ। ਤੇ ਤੁਸੀਂ ਇਉਂ ਕਰੋ, ਜਿੱਥੇ ਕਿੱਥੇ ਵੀ ਵਿਸ਼ਨੂੰ ਭਗਵਾਨ ਦੇ ਭਗਤ ਦੇਖੋ, ਦਿਜ ਪੰਡਿਤ ਆਦਿ ਦੇਖੋ, ਉੱਥੇ ਹੀ ਜਾ ਕੇ ਹਮਲਾ ਕਰੋ, ਉਹਨਾਂ ਨੂੰ ਖਤਮ ਕਰੋ, ਉਹਨਾਂ ਦਾ ਨਾਸ਼ ਕਰੋ। ਜਦ ਆਪਣੇ ਨੌਕਰਾਂ ਦੈਂਤਾਂ ਨੂੰ ਇਹ ਹੁਕਮ ਕਰ ਦਿੱਤਾ ਹਰਨਾਕਸ਼ ਨੇ, ਤੇ ਵੱਡੇ ਵੱਡੇ ਦੈਂਤ ਜੋ ਬੜੇ ਭਿਆਨਕ ਰੂਪਾਂ ਵਾਲੇ ਸੀ ਉਸੇ ਟਾਈਮ ਧਾਉਂਦੇ ਹਨ, ਦੌੜ ਪੈਂਦੇ ਹਨ। ਜਿੱਥੇ ਕਿਤੇ ਵੀ ਵਿਸ਼ਨੂੰ ਭਗਵਾਨ ਦੇ ਭਗਤ ਦੇਖਦੇ ਹਨ, ਪੰਡਿਤ ਆਦਿ ਦਿਜ ਆਦਿ ਦੇਖਦੇ ਹਨ, ਉੱਥੇ ਹੀ ਜਾ ਕੇ ਹਮਲਾ ਕਰ ਦਿੰਦੀ ਹੈ, ਔਰ ਉੱਥੇ ਭਗਵਾਨ ਦੇ ਭਗਤਾਂ ਦਾ ਨਾਸ਼ ਕਰਦੀ ਹੈ, ਅੰਤ ਕਰ ਦਿੰਦੀ ਹੈ। ਵੱਡੇ ਵੱਡੇ ਸ਼ਹਿਰਾਂ ਨਗਰਾਂ ਨੂੰ ਅੱਗ ਲਗਾ ਕੇ ਸਾੜ ਦਿੰਦੀ ਹੈ। ਇਸ ਤਰ੍ਹਾਂ ਬੜੀ ਤਰਥੱਲੀ ਮਚਾ ਦਿੱਤੀ ਇਹਨਾਂ ਵੱਡੇ ਵੱਡੇ ਦੈਂਤਾਂ ਨੇ ਦੁਨੀਆ ਦੇ ਵਿੱਚ। ਤਾਂ ਜਦ ਇਸ ਤਰ੍ਹਾਂ ਦੀ ਹਾਲਤ ਹੋਈ ਤਾਂ ਉਧਰ ਦੇਵਤਿਆਂ ਨੇ ਦੇਖਣਾ ਕੀਤਾ ਕਿ ਦੁਨੀਆ ਦੇ ਵਿੱਚ ਇਹ ਕਹਿਰ ਵਾਪਰ ਰਿਹਾ ਹੈ, ਜ਼ੁਲਮ ਹੋ ਰਿਹਾ ਹੈ। ਤਾਂ ਬਹੁਤ ਸਾਰੇ ਦੇਵਤੇ ਮਿਲ ਕੇ ਬ੍ਰਹਮਾ ਜੀ ਦੇ ਪਾਸ ਪਹੁੰਚੇ। ਬ੍ਰਹਮਾ ਜੀਆਂ ਦੇ ਪਾਸ ਜਾ ਕੇ ਸਾਰੀ ਵਾਰਤਾ ਦੱਸੀ। ਜਦ ਸਾਰੀ ਵਾਰਤਾ ਦੱਸੀ ਤੇ ਇਧਰ ਦੂਸਰੀ ਸਾਈਡ ਕੀ ਹੋਇਆ ਕਿ ਹਰਨਾਕਸ਼ ਇਹਨਾਂ ਦੈਂਤਾਂ ਨੂੰ ਇਸ ਪਾਸੇ ਲਗਾ ਕੇ ਆਪ ਘੋਰ ਤਪੱਸਿਆ ਕਰਨ ਦੇ ਵਾਸਤੇ ਚਲਿਆ ਗਿਆ। ਆਪ ਹਰਨਾਕਸ਼ ਤਪੱਸਿਆ ਕਰਨ ਦੇ ਲਈ ਚਲਿਆ ਗਿਆ। ਤਾਂ ਉਸ ਨੇ ਮੰਦਰਾਚਲ ਪਰਬਤ ਦੇ ਉੱਤੇ ਜਾ ਕੇ ਆਪਣੇ ਬਾਹਾਂ ਨੂੰ ਉੱਚੀਆਂ ਕਰਕੇ ਖੜਾ ਹੋਇਆ, ਔਰ ਇੰਨਾ ਘੋਰ ਇੰਨਾ ਕਸ਼ਟ ਤਪ ਕੀਤਾ ਕਿ ਆਪਣੇ ਪੈਰ ਦੇ ਅੰਗੂਠੇ ਦੇ ਭਾਰ 'ਤੇ ਧਰਤੀ 'ਤੇ ਖੜ ਕੇ ਕਿੰਨਾ ਲੰਮਾ ਸਮਾਂ ਇਹ ਤਪੱਸਿਆ ਕੀਤੀ। ਕਿੰਨੇ ਹੀ ਬਰਸਾਂ ਦਾ ਸਮਾਂ, ਕਿੰਨੇ ਸਾਲਾਂ ਦਾ ਸਮਾਂ ਇਹ ਘੋਰ ਤਪੱਸਿਆ ਕਰਦੇ ਨੂੰ ਬਤੀਤ ਹੋ ਗਿਆ ਸੀ। ਇੱਥੋਂ ਤੱਕ ਕਿ ਇਸ ਦਾ ਸਰੀਰ ਸੀ ਜੋ ਇਸ ਦੇ ਆਸੇ ਪਾਸੇ ਬਰਮੀ ਜੰਮ ਗਈ ਸੀ, ਮਿੱਟੀ ਜੰਮ ਗਈ ਸੀ, ਘਾਹ ਆਦਿ ਕੱਖ ਆਦਿ ਉਗ ਆਏ ਸਨ। ਤੇ ਇਸ ਦੇ ਸਰੀਰ ਨੂੰ, ਜਾਣੇ ਹਰਨਾਕਸ਼ ਦੇ ਸਰੀਰ ਨੂੰ ਕੀੜੇ ਮਕੌੜਿਆਂ ਆਦਿ ਨੇ ਖਾ ਖਾ ਕੇ, ਮਾਸ ਆਦਿ ਖਾ ਕੇ, ਖੂਨ ਆਦਿ ਸਭ ਖਤਮ ਕਰ ਦਿੱਤਾ। ਕੇਵਲ ਹੱਡੀਆਂ ਦਾ ਢਾਂਚਾ ਹੀ ਬਾਕੀ ਰਹਿ ਗਿਆ। ਪਰ ਇੰਨਾ ਘੋਰ ਤਪ, ਘੋਰ ਤਪੱਸਿਆ ਕੀਤੀ ਤਾਂ ਦੇਵਤਿਆਂ ਨੇ ਜਾ ਕੇ ਜਦ ਦੱਸਣਾ ਕੀਤਾ ਬਰਮਾ ਜੀਆਂ ਦੇ ਪਾਸ ਕਿ ਇਉਂ ਕਰਕੇ ਹਰਨਾਕਸ਼ ਨੇ ਇਹ ਸੰਕਲਪ ਕਰਕੇ ਤਪੱਸਿਆ ਆਰੰਭ ਕੀਤੀ ਹੈ ਕਿ ਇਸ ਦੁਨੀਆ ਦੇ ਵਿੱਚ ਫਤਿਹ ਪ੍ਰਾਪਤ ਕਰਕੇ ਸਵਰਗ ਆਦਿ ਨੂੰ ਜਿੱਤ ਲਵਾਂਗਾ। ਸਵਰਗਾਂ ਨੂੰ ਜਿੱਤਣ ਤੋਂ ਬਾਅਦ ਬਰਮਾ ਜੀਆਂ ਦੀ ਪੁਰੀ ਤੱਕ ਆਪਣੀ ਮਾਰ ਕਰਾਂਗਾ। ਇਹ ਸੰਕਲਪ ਨੂੰ ਲੈ ਕੇ ਹਰਨਾਕਸ਼ ਨੇ ਕਹਿਣ ਲੱਗੇ ਦੇਵਤੇ ਬਰਮਾ ਜੀਆਂ ਦੇ ਪਾਸ ਕਿ ਤਪੱਸਿਆ ਆਰੰਭ ਕੀਤੀ ਹੈ
ਹੁਣ ਕਿੰਨੇ ਬਰਸਾਂ ਦਾ ਸਮਾਂ ਹੋ ਗਿਆ ਹੈ ਉਹਨੂੰ ਤਪੱਸਿਆ ਕਰਦੇ ਨੂੰ। ਕੁਝ ਵੀ ਖਾਣ ਪੀਣ ਤੋਂ ਬਿਨਾਂ ਇਸੇ ਤਰ੍ਹਾਂ ਤਪੱਸਿਆ ਦੇ ਵਿੱਚ ਜੁੜਿਆ ਹੋਇਆ ਹੈ। ਉਸ ਦੀ ਤਪੱਸਿਆ ਤਪ ਦੇ ਵੱਲ ਦੇ ਕਰਕੇ ਹੁਣ ਦੁਨੀਆ ਦੇ ਵਿੱਚ ਥਾਂ ਥਾਂ 'ਤੇ ਕਹਿਣ ਲੱਗਿਆ ਭੁਚਾਲ ਆਦਿ ਆਉਣੇ ਸ਼ੁਰੂ ਹੋ ਗਏ ਹਨ। ਔਰ ਵੱਡੇ ਵੱਡੇ ਦਰਿਆਵਾਂ ਸਮੁੰਦਰਾਂ ਦੇ ਵਿੱਚ ਹੜ੍ਹ ਆ ਰਹੇ ਹਨ, ਤੂਫਾਨ ਆ ਰਹੇ ਹਨ। ਤੇ ਜਦ ਇਸ ਤਰ੍ਹਾਂ ਦੱਸਣਾ ਕੀਤਾ ਤੇ ਉਹ ਬਰਮਾ ਜੀ ਨੇ ਸੋਚਿਆ ਕਿ ਫਿਰ ਤੇ ਇਸ ਗੱਲ ਦਾ ਕੋਈ ਨਾ ਕੋਈ ਇਲਾਜ ਜ਼ਰੂਰ ਕਰਨਾ ਚਾਹੀਦਾ ਹੈ। ਤਾਂ ਦੇਵਤਿਆਂ ਨੇ ਵੀ ਬਾਰ-ਬਾਰ ਬੇਨਤੀਆਂ ਕੀਤੀਆਂ। ਦੇਖੋ ਜੀ, ਉਹਨਾਂ ਦੇ ਜੋ ਦੈਂਤ ਹਨ ਨਾ, ਵੱਡੇ ਵੱਡੇ ਹਰਨਾਕਸ਼ ਨੇ ਭੇਜੇ ਹੋਏ, ਔਰ ਜਿੱਥੇ ਕਿਥੇ ਭਗਤਾਂ ਦਾ ਦਿਜ ਪੰਡਤਾਂ ਆਦਿ ਦਾ ਤੇ ਨਾਸ ਕਰਦੇ ਹਨ। ਤੇ ਉੱਥੇ ਇਹਨਾਂ ਦੀ ਮਾਰ ਹੁਣ ਸਵਰਗ ਲੋਕ ਤੱਕ ਵੀ ਆਣ ਪਹੁੰਚੀ ਹੈ। ਦੇਵਤਿਆਂ ਨੂੰ ਵੀ ਆਪਣੀਆਂ ਪੁਰੀਆਂ ਛੱਡ ਕੇ ਜਾਣਾ ਪੈਂਦਾ ਹੈ, ਆਪਣੇ ਰੂਪ ਬਦਲ ਕੇ ਦੁਨੀਆ ਦੇ ਵਿੱਚ ਕਿੰਨਾ ਕਿੰਨਾ ਸਮਾਂ ਬਦਲ ਕੇ ਸਰੀਰ ਰਹਿਣਾ ਪੈਂਦਾ ਹੈ। ਤਾਂ ਬਰਮਾ ਜੀ ਨੇ ਇਹ ਵਿਚਾਰਾਂ ਬੇਨਤੀਆਂ ਸੁਣੀਆਂ ਤਾਂ ਹਰਨਾਕਸ਼ ਦੇ ਪਾਸ ਪਹੁੰਚਦੇ ਹਨ। ਭਾਵੇਂ ਪਹੁੰਚਦੇ ਤੇ ਇਸ ਗੱਲ ਦੇ ਵਾਸਤੇ ਹੈ ਕਿ ਉਸ ਦੀ ਇਸ ਘੋਰ ਤਪੱਸਿਆ ਦੇ ਤੋਂ ਰੋਕ ਕੇ ਇਹ ਜਿਹੜੇ ਉਪਦਰਵ ਜ਼ੁਲਮ ਕਰ ਰਿਹਾ ਹੈ ਇਹਨਾਂ ਨੂੰ ਰੋਕਿਆ ਜਾਵੇ। ਪਰ ਇੱਥੇ ਆ ਕੇ ਜਦ ਦੇਖਦੇ ਹੈ ਕਿ ਐਡਾ ਘੋਰ ਤਪੱਸਿਆ ਇਸ ਹਰਨਾਕਸ਼ ਨੇ ਕੀਤੀ ਤੇ ਦੇਖ ਕੇ ਹੈਰਾਨ ਹੋ ਜਾਂਦੀ ਹੈ। ਕਿੰਨੇ ਬਰਸਾਂ ਦਾ ਸਮਾਂ ਹੋਇਆ, ਸਰੀਰ ਦੇ ਆਸੇ ਪਾਸੇ ਬਰਮੀ ਜੰਮ ਜਾਂਦੀ ਹੈ, ਮਿੱਟੀ ਜੰਮ ਜਾਂਦੀ ਹੈ, ਕੀੜੀਆਂ ਆਦਿ ਨੇ ਮਾਸ ਸਰੀਰ ਦਾ ਖਾ ਲਿਆ ਹੈ, ਖੂਨ ਆਦਿ ਸਭ ਸੁੱਕ ਗਿਆ ਹੈ, ਖਤਮ ਹੋ ਗਿਆ ਹੈ, ਕੇਵਲ ਹੱਡੀਆਂ ਦਾ ਢਾਂਚਾ ਹੀ ਬਾਕੀ ਰਹਿ ਗਿਆ ਹੈ। ਤਾਂ ਬਰਮਾ ਜੀ ਇੰਨੀ ਤਪੱਸਿਆ ਤੋਂ ਪ੍ਰਭਾਵਿਤ ਹੁੰਦੇ ਹਨ, ਬੜੇ ਹੈਰਾਨ ਹੋ ਜਾਂਦੇ ਹਨ ਕਿ ਇਹੋ ਜਿਹਾ ਤਪ ਤੇ ਅੱਜ ਤੱਕ ਦੁਨੀਆ ਦੇ ਵਿੱਚ ਮਾਤ ਲੋਕ ਦੇ ਵਿੱਚ ਕਿਸੇ ਨੇ ਕੀਤਾ ਹੀ ਨਹੀਂ ਹੈ, ਨਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਰੇਗਾ। ਤਪ ਤੋਂ ਪ੍ਰਭਾਵਿਤ ਹੋ ਕੇ ਬੜੇ ਪਿਆਰ ਦੇ ਨਾਲ ਬਰਮਾ ਜੀ ਨੇ ਬਚਨ ਕੀਤੇ। ਕਹਿਣ ਲੱਗੇ, ਪੁੱਤਰ ਕਿੰਨਾ ਸਮਾਂ ਹੋਇਆ ਤੈਨੂੰ ਇਹ ਤਪੱਸਿਆ ਕਰਦਿਆਂ ਨੂੰ, ਹੁਣ ਤੂੰ ਉੱਠ, ਤੇਰੀ ਤਪੱਸਿਆ ਦਾ ਫਲ ਤੈਨੂੰ ਦੇਣ ਦੇ ਵਾਸਤੇ ਮੈਂ ਆਇਆ ਹਾਂ। ਤਾਂ ਜਦ ਹਰਨਾਕਸ਼ ਨੂੰ ਇਹਨਾਂ ਗੱਲਾਂ ਦੇ ਬਾਰੇ ਕੋਈ ਸਮਝ ਨਹੀਂ ਪਈ, ਕੋਈ ਆਵਾਜ਼ਾਂ ਸੁਣਾਈ ਨਹੀਂ ਦਿੱਤਾ, ਤਾਂ ਬਰਮਾ ਜੀ ਨੇ ਜਾਣਿਆ ਕਿ ਬੜੀ ਤਪੱਸਿਆ ਦੇ ਵਿੱਚ ਲੀਨ ਹਨ। ਤਾਂ ਆਪ ਆਪਣੇ ਹੱਥੀ ਉਹ ਬਰਮੀ ਨੂੰ, ਮਿੱਟੀ ਨੂੰ ਪਰੇ ਕਰਕੇ, ਕੱਖ ਆਦਿ ਉੱਗੇ ਸਨ ਉਹਨਾਂ ਨੂੰ ਪਰੇ ਕਰਕੇ, ਹੋਰ ਬੇਲ ਬੂਟੇ ਬਹੁਤ ਉੱਗ ਚੁੱਕੇ ਸਨ ਇੱਧਰ ਉੱਧਰ। ਤਾਂ ਅੱਗੇ ਦੇਖਣਾ ਕੀਤਾ, ਕੇਵਲ ਹੱਡੀਆਂ ਦਾ ਢਾਂਚਾ ਹੀ ਇੱਕ ਸਰੀਰ ਬਾਕੀ ਰਹਿ ਗਿਆ ਹੈ। ਤਾਂ ਬਰਮਾ ਜੀ ਨੇ ਆਪਣੇ ਕਰਮੰਡਲ ਦੇ ਵਿੱਚੋਂ ਜਲ ਦੇ ਛਿੱਟੇ ਮਾਰੇ। ਜਦ ਜਲ ਦੇ ਛਿੱਟੇ ਮਾਰੇ ਇਸ ਨੂੰ ਇਸ ਦੀ ਅਸਲੀ ਅਵਸਥਾ ਦੇ ਵਿੱਚ ਲਿਆਉਣ ਦੇ ਵਾਸਤੇ, ਤੇ ਜਲ ਦੇ ਛਿੱਟੇ ਮਾਰਨ ਦੀ ਢੇਰ ਹੀ ਸੀ ਕਿ ਉਸੇ ਟਾਈਮ ਇਹਨਾਂ ਹੱਡੀਆਂ ਦੇ ਢਾਂਚਿਆਂ ਦੇ ਵਿੱਚੋਂ ਇੱਕ ਬੜਾ ਤੇਜ਼, ਬੜਾ ਕਠੋਰ ਸਰੀਰ ਪ੍ਰਗਟ ਹੋ ਜਾਂਦਾ ਹੈ। ਜਦ ਕਠੋਰ ਸਰੀਰ ਦੇ ਵਿੱਚ ਹਰਨਾਕਸ਼ ਪ੍ਰਗਟ ਹੋਇਆ ਤਾਂ ਦੇਖਣਾ ਕੀਤਾ ਕਿ ਇਸ ਦਾ ਸਰੀਰ ਅੱਗ ਦੇ ਵਾਂਗ ਲਾਲ ਹੋਇਆ ਹੋਇਆ ਹੈ। ਜਿਸ ਤਰ੍ਹਾਂ ਸੋਨੇ ਨੂੰ ਤਪਾ ਦਿੱਤਾ ਜਾਵੇ, ਔਰ ਇਸ ਤਰ੍ਹਾਂ ਦਾ ਇਸ ਦਾ ਸਰੀਰ ਬਣ ਗਿਆ ਹੈ, ਬੜਾ ਕਠੋਰ ਅਤੇ ਮਜ਼ਬੂਤ ਸਰੀਰ ਬਣ ਗਿਆ ਹੈ। ਤਾਂ ਜਦ ਇਸ ਤਰ੍ਹਾਂ ਹਰਨਾਕਸ਼ ਪ੍ਰਗਟ ਹੋ ਜਾਂਦਾ ਹੈ ਕਠੋਰ ਸਰੀਰ ਦੇ ਨਾਲ, ਤੇ ਆਪਣੇ ਸਾਹਮਣੇ ਬਰਮਾ ਜੀ ਨੂੰ ਖੜਿਆਂ ਦੇਖਿਆ ਤੇ ਚਰਨਾਂ 'ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਬਾਰ-ਬਾਰ ਆਪਣੇ ਮੂੰਹੋਂ ਬ੍ਰਹਮਾ ਜੀ ਦੀ ਬੜੀ ਉਸਤਤ ਕੀਤੀ, ਬੜੀ ਤਾਰੀਫ ਕੀਤੀ ਕਿ ਆਪ ਜੀ ਇਸ ਦੁਨੀਆ, ਇਸ ਸੰਸਾਰ ਦੀ ਰਚਨਾ ਕਰਨ ਵਾਲੇ ਹੋ, ਆਪ ਜੀ ਜੀਵਾਂ ਦੇ ਆਸਰਾ ਹੋ। ਬਹੁਤ ਕੁਝ ਬੇਨਤੀਆਂ ਕਰਨ ਤੋਂ ਬਾਅਦ ਹੁਣ ਹਰਨਾਕਸ਼ ਨੇ ਅੱਗੇ ਉਹ ਜੋ ਬੇਨਤੀ ਕਰਨੀ ਹੈ ਨਾ, ਕਿ ਜੋ ਵਰ ਪ੍ਰਾਪਤ ਕਰਨਾ ਹੈ ਕਿ ਮੈਂ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਇਸ ਵਰ ਦੇ ਬਾਬਤ ਜਦ ਬੇਨਤੀ ਕਰਨ ਲੱਗਦਾ ਹੈ ਤਾਂ ਅੱਗੋਂ ਬਰਮਾ ਜੀ ਜੋ ਇਹ ਵਰ ਦੇਣ ਦੇ ਵਾਸਤੇ ਤਿਆਰ ਹੁੰਦੇ ਹਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ ਅੱਗੇ, ਜਿਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ। ਆਲਸ ਤੋਂ ਰਹਿਤ ਹੋ ਕੇ
ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਆਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਸ੍ਰੀ ਪ੍ਰਭ ਸਭ ਜਗ ਅੰਤਰਜਾਮੀ। ਤਾਂ ਉਸ ਟਾਈਮ ਹਰਨਾਖਸ਼ ਬਰਮਾ ਜੀਆਂ ਦੇ ਪਾਸ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਪ੍ਰਭੂ ਤੁਸੀਂ ਤੇ ਅੰਤਰਜਾਮੀ ਹੋ, ਘਟ ਘਟ ਦੀਆਂ ਜਾਣਨ ਵਾਲੇ ਹੋ, ਸਭ ਦੇ ਦਿਲਾਂ ਦੀਆਂ ਜਾਣਦੇ ਹੋ। ਤਵ ਪਦ ਕੰਜ ਨਮਾਮ ਨਮਾਮੀ। ਮੈਂ ਆਪ ਜੀਆਂ ਦੇ ਚਰਨ ਕਮਲਾਂ ਦੇ ਉੱਪਰ ਬਾਰ-ਬਾਰ ਨਮਸਕਾਰਾਂ ਕਰਦਾ ਹਾਂ। ਬ੍ਰਹਮ ਰੂਪ ਸਭ ਕਟ ਕੈ ਵਾਸੀ। ਆਪ ਬ੍ਰਹਮ ਦਾ ਹੀ ਰੂਪ ਹੋ, ਘਟ ਘਟ ਦੇ ਵਿੱਚ ਬਸਣ ਵਾਲੇ ਹੋ। ਸਕਲ ਨਿਯੰਤਾ ਅਰ ਅਵਨਾਸ਼ੀ। ਸਾਰੀ ਦੁਨੀਆ, ਸਾਰੇ ਜੀਵ ਆਪ ਦੇ ਹੀ ਆਸਰੀ ਹੈ ਅਤੇ ਆਪ ਜੀਆਂ ਦਾ ਕੋਈ ਅੰਤ ਨਹੀਂ ਹੈ। ਹੁਣ ਬਾਰ-ਬਾਰ ਜਦ ਇਸ ਤਰ੍ਹਾਂ ਦੀ ਤਾਰੀਫ ਕਰਦਾ ਹੈ ਨਾ ਹਰਨਾਕਸ਼, ਕਿਉਂਕਿ ਇਸ ਦੇ ਮਨ ਦੇ ਵਿੱਚ ਇਹ ਹੈ ਕਿ ਮੇਰੀ ਤਪੱਸਿਆ ਦਾ ਫਲ ਦੇਣ ਵਾਸਤੇ ਆਏ ਹਨ, ਔਰ ਬਾਰ-ਬਾਰ ਬੇਨਤੀਆਂ ਕਰਕੇ ਮੈਂ ਕੋਈ ਐਸਾ ਫਲ, ਐਸਾ ਵਰ ਪ੍ਰਾਪਤ ਕਰਾਂਗਾ ਜਿਸ ਦੇ ਨਾਲ ਆਪਣੇ ਭਰਾ ਦਾ ਬਦਲਾ ਵਿਸ਼ਨੂੰ ਭਗਵਾਨ ਦੇ ਪਾਸੋਂ ਲਵਾਂਗਾ। ਤਾਂ ਬਾਰ-ਬਾਰ ਹੁਣ ਬਰਮਾ ਜੀਆਂ ਦੀ ਉਸਤਤ ਹਰਨਾਕਸ਼ ਕਰ ਰਿਹਾ ਹੈ। ਤਵ ਐਸ਼ਵਰਜ ਕੋ ਪਾਏ ਨਾ ਅੰਤਾ। ਤਾਂ ਬੇਨਤੀ ਕਰਦਾ ਹੈ ਪ੍ਰਭੂ ਆਪ ਜੀਆਂ ਦੇ ਸਮਾਨ ਕਿਸੇ ਦਾ ਵੀ ਐਸ਼ਵਰਜ, ਕਿਸੇ ਦੀ ਵੀ ਵਿਭੂਤੀ ਨਹੀਂ ਹੈ। ਜਿੰਨਾ ਐਸ਼ਵਰਜ, ਜਿੰਨੀ ਵਿਭੂਤੀ ਆਪ ਦੇ ਪਾਸ ਹੈ, ਹੋਰ ਕਿਸੇ ਦੇ ਪਾਸ ਵੀ ਨਹੀਂ ਹੈ। ਨਮਸਕਾਰ ਪੁਨ ਪੁਨ ਭਗਵੰਤਾ। ਤਾਂ ਬਾਰ-ਬਾਰ ਬੇਨਤੀਆਂ ਕਰਦਾ ਹੈ ਕਿ ਇਹ ਭਗਵੰਤ ਹੈ, ਭਗਵਾਨ ਆਪ ਜੀਆਂ ਦੇ ਚਰਨਾਂ ਤੇ ਮੇਰੀ ਬਾਰ-ਬਾਰ ਨਮਸਕਾਰ ਹੈ। ਜੋ ਬਰ ਦੇਨ ਪੈ ਅਨੁਕੂਲਾ। ਫਿਰ ਬੇਨਤੀ ਕਰਦਾ ਹੈ ਕਿ ਪ੍ਰਭੂ ਜੇਕਰ ਆਪ ਜੀ ਮੈਨੂੰ ਕੋਈ ਵਰ ਦੇਣਾ ਚਾਹੁੰਦੇ ਹੋ, ਜੋ ਜਾਚਾਂ ਦੀਜੈ ਜਗਮੂਲਾ। ਕਿਰਪਾ ਕਰਕੇ ਮੈਨੂੰ ਉਹ ਵਰ ਦਿਓ ਇਸ ਸਮੇਂ ਤੇ ਮੈਨੂੰ ਜਿਸ ਵਰ ਦੀ, ਜਿਸ ਵਸਤੂ ਦੀ ਜ਼ਰੂਰਤ ਹੈ, ਸਮੇਂ ਦੇ ਅਨੁਸਾਰ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉਹੀ ਚੀਜ਼ ਸਾਨੂੰ ਪ੍ਰਾਪਤ ਹੋ ਜਾਵੇ ਤੇ ਇੱਕ ਵੱਡੀ ਗੱਲ, ਵੱਡੀ ਕਿਰਪਾ ਹੁੰਦੀ ਹੈ। ਤਾਂ ਕਹਿਣ ਲੱਗਿਆ ਜੇਕਰ ਆਪ ਜੀ ਵਰ ਦੇਣਾ ਚਾਹੁੰਦੇ ਹੋ ਤੇ ਮੈਨੂੰ ਇਸ ਤਰ੍ਹਾਂ ਦਾ ਵਰ ਦੇ ਦੇਵੋ। ਜਹ ਲਗ ਤਵ ਰਚਨਾ ਹੈ ਸਾਰੀ। ਬੇਨਤੀ ਕਰਦਾ ਹੈ ਕਿ ਪ੍ਰਭੂ ਜਿੱਥੋਂ ਤੱਕ ਆਪ ਜੀਆਂ ਦੀ ਰਚਨਾ, ਇਹ ਦੁਨੀਆ ਰਚੀ ਹੋਈ ਹੈ, ਕਹੇ ਠਾਂ ਮਿਰਤ ਨਾ ਹੋਏ ਹਮਾਰੀ। ਤੇ ਕਿਸੇ ਵੀ ਸਥਾਨ ਤੇ ਕਿਸੇ ਵੀ ਤਰ੍ਹਾਂ ਮੇਰੀ ਮ੍ਰਿਤੂ ਨਾ ਹੋਵੇ। ਇਹ ਬੇਨਤੀ ਕਰਦਾ ਹੈ ਕਿ ਮੈਂ ਸਰੀਰ ਕਰਕੇ ਇਸੇ ਤਰ੍ਹਾਂ ਕਾਇਮ ਰਵਾਂ ਕਿ ਕਿਸੇ ਵੀ ਤਰ੍ਹਾਂ ਮੇਰਾ ਅੰਤ ਨਾ ਹੋਵੇ, ਮੇਰੀ ਮ੍ਰਿਤੂ ਨਾ ਹੋਵੇ। ਔਰ ਬਰਮਾ ਜੀਆਂ ਨੇ ਇਹ ਜਦ ਬੇਨਤੀ ਸੁਣੀ ਕਿ ਉਹ ਹੈਰਾਨ ਹੋਏ। ਉਹ ਫਿਰ ਕਹਿੰਦੇ ਹਨ, ਬਚਨ ਕਰਦੇ ਹਨ, ਕਹਿਣ ਲੱਗੇ ਹਰਨਾਕਸ਼ ਇਹ ਤੇ ਕਦੇ ਹੋ ਨਹੀਂ ਸਕਦਾ ਹੈ ਨਾ ਕਿ ਮ੍ਰਿਤੂ ਨਾ ਹੋਵੇ। ਪੰਜਾਂ ਤੱਤਾਂ ਦਾ ਰਚਿਆ ਹੋਇਆ ਸਰੀਰ ਆਖਰਕਾਰ ਪੰਜਾਂ ਤੱਤਾਂ ਦੇ ਵਿੱਚ ਹੀ ਪੰਜੇ ਤੱਤ ਮਿਲ ਜਾਣੇ ਹੈ। ਜੋ ਇਸ ਦੇ ਅੰਦਰ ਜੀਵ ਆਤਮਾ ਹੈ ਉਹ ਕਦੇ ਮਰਨ ਵਾਲੀ ਚੀਜ਼ ਨਹੀਂ ਆ, ਉਹ ਮਰਦਾ ਨਹੀਂ ਹੈ। ਇਸ ਸਰੀਰ ਨੂੰ ਜਦ ਆਤਮਾ ਰੂਹ ਤਿਆਗ ਕੇ ਜਾਂਦੀ ਹੈ ਤਾਂ ਉਸ ਟਾਈਮ ਰੂਹ ਇਸ ਦੇ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ। ਇਹ ਸਰੀਰ ਪੰਜਾਂ ਤੱਤਾਂ ਦੇ ਵਿੱਚ ਮਿਲ ਜਾਂਦਾ ਹੈ। ਅੱਗੇ ਇਸ ਦੇ ਪਾਸੋਂ ਇਸ ਦੇ ਲੇਖਾ ਜੋਖਾ, ਹਿਸਾਬ ਕਿਤਾਬ, ਇਸ ਦੇ ਕਰਮਾਂ ਦਾ ਫਲ ਮੰਗਿਆ ਜਾਂਦਾ ਹੈ। ਚੰਗੇ ਮਾੜੇ ਕਰਮਾਂ ਦਾ ਫਲ ਦਿੱਤਾ ਜਾਂਦਾ ਹੈ। ਫਿਰ ਇਸ ਦੇ ਕਰਮਾਂ ਦੇ ਅਨੁਸਾਰ ਅੱਗੇ ਜੀਵ ਆਤਮਾ ਨੂੰ ਹੋਰ ਸਰੀਰ ਮਿਲਦੇ ਹਨ ਕਿ ਤਰ੍ਹਾਂ ਤਰ੍ਹਾਂ ਦੀਆਂ ਜੋਨੀਆਂ ਹਨ। ਪਾਪ ਕਰਮਾਂ ਦੇ ਵਿੱਚ ਲੱਗਣ ਵਾਲਿਆਂ ਨੂੰ, ਰੱਬ ਦੀ ਭਗਤੀ ਤੋਂ ਹੀਣ ਲੋਕਾਂ ਨੂੰ, ਜੋ ਰੱਬ ਦੀ ਭਗਤੀ ਤੋਂ ਦੂਰ ਰਹਿਣ ਵਾਲੇ ਹੈ, ਉਹਨਾਂ ਨੂੰ ਫਿਰ 84 ਲੱਖ ਜੀਆ ਜੋਨ ਦੇ ਵਿੱਚ ਦਿੱਤਾ ਜਾਂਦਾ ਹੈ। ਨਿਗੁਰੇ ਪੁਰਸ਼ਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਜੋਨੀਆਂ ਭੋਗਣੀਆਂ ਪੈਂਦੀਆਂ ਹਨ। ਕਿਤੇ ਪਸ਼ੂ ਪੰਛੀਆਂ ਦੇ ਜਨਮ, ਕਿਤੇ ਜੰਗਲੀ ਜਾਨਵਰਾਂ ਦੇ ਜਨਮ, ਤੇ 84 ਲੱਖ ਜੂਨਾਂ ਭੋਗਣ ਤੋਂ ਬਾਅਦ ਕਿਤੇ ਜਾ ਕੇ ਮਨੁੱਖਾ ਸਰੀਰ ਹੱਥ ਦੇ ਵਿੱਚ ਆਉਂਦਾ ਹੈ। ਤਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਦੇ ਵਿੱਚ ਉਚਾਰਨ ਕਰਕੇ ਸਾਨੂੰ ਦੱਸਦੇ ਹੈ ਕਿ ਇਹ ਮਨੁੱਖਾ ਸਰੀਰ, ਅਮੋਲਕ ਸਰੀਰ ਤੈਨੂੰ ਪ੍ਰਾਪਤ ਹੋਇਆ, ਇਸ ਦੇ ਪਾਸੋਂ ਕੋਈ ਨਾ ਕੋਈ ਲਾਹਾ ਖੱਟ ਲਵੀ। ਐਸਾ ਨਾ ਹੋਵੇ ਕਿ ਪਸ਼ੂ ਪੰਛੀਆਂ ਦੀ ਤਰ੍ਹਾਂ
ਤੇਰਾ ਵੀ ਮਨੁੱਖਾ ਜਨਮ ਇਸੇ ਤਰ੍ਹਾਂ ਹੀ ਬਰਬਾਦ ਹੋ ਜਾਵੇ। ਭਗਤ ਕਬੀਰ ਜੀ ਅੰਕਿਤ ਕਰਦੇ ਹਨ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉ ਬਨ ਪਲ ਪਾਕੇ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗੈ ਡਾਰ। ਕਬੀਰ ਜੀ ਕਹਿੰਦੇ ਮਨੁੱਖਾ ਜਨਮ ਦੁਰਲੱਭਾ ਹੈ, ਦੁਰਲੱਭ ਜਨਮ ਹੈ, ਬਾਰ-ਬਾਰ ਮਿਲਦਾ ਨਹੀਂ ਹੈ। ਜਿਸ ਤਰ੍ਹਾਂ ਦਰਖਤ ਦੇ ਨਾਲੋਂ ਪੱਕਿਆ ਹੋਇਆ ਫਲ ਟੁੱਟ ਕੇ ਧਰਤੀ 'ਤੇ ਡਿੱਗ ਜਾਂਦਾ ਹੈ ਨਾ, ਦੁਬਾਰਾ ਫਿਰ ਉਹ ਫਲ ਕਿਤੇ ਜਾ ਕੇ ਦਰਖਤ ਦੇ ਨਾਲ ਨਹੀਂ ਲੱਗ ਸਕਦਾ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੱਥੋਂ ਚਲਿਆ ਗਿਆ ਔਰ ਰੱਬ ਦੀ ਭਗਤੀ ਤੋਂ ਗੁਰੂ ਤੋਂ ਵਿਹੀਣੇ ਹੀ ਚਲਿਆ ਗਿਆ, ਤਾਂ ਫਿਰ ਇਹ ਮਨੁੱਖਾ ਜਨਮ ਹੱਥ ਨਹੀਂ ਆਵੇਗਾ। ਤਾਂ ਤੇ ਆਪਣੇ ਜਨਮ ਤੋਂ ਲਾਹੇ ਪ੍ਰਾਪਤ ਕਰ, ਗੁਰ ਸੇਵਾ ਤੇ ਭਗਤ ਕਬਾਈ, ਤਬ ਹੈ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਮਨੁੱਖਾ ਸਰੀਰ ਨੂੰ ਤੇ ਦੇਵਤੇ ਵੀ ਲੋਚਦੇ ਹਨ ਕਿ ਕਿਤੇ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋ ਜਾਵੇ, ਅਸੀਂ ਰੱਬ ਦੀ ਬੰਦਗੀ ਕਰਕੇ ਐਦੋਂ ਅੱਛੇ ਹੋ ਜਾਈਏ, ਚੰਗੇ ਹੋ ਜਾਈਏ। ਕਿਉਂਕਿ ਦੇਵ ਦੇਹੀ ਦੇਵਤਿਆਂ ਦੇ ਸਰੀਰ ਦੇ ਵਿੱਚ ਇਹ ਅਧਿਕਾਰ ਨਹੀਂ ਹੈ ਕਿ ਪਰਮੇਸ਼ਵਰ ਦੀ ਬੰਦਗੀ ਕਰਕੇ ਕੋਈ ਇਸ ਤੋਂ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲੈਣ, ਕੋਈ ਅਟਲ ਪਦਵੀ, ਕੋਈ ਮੁਕਤੀ ਆਦਿ ਨੂੰ ਪ੍ਰਾਪਤ ਕਰ ਲੈਣ। ਇਹ ਦੇਵਤਿਆਂ ਨੂੰ ਅਧਿਕਾਰ ਨਹੀਂ ਹੈ। ਇਹ ਤੇ ਅਧਿਕਾਰ ਕੇਵਲ ਤੇ ਕੇਵਲ ਮਨੁੱਖਾ ਸਰੀਰ ਦੇ ਵਿੱਚ ਹੀ ਹੈ ਕਿ ਮਨੁੱਖਾ ਸਰੀਰ ਦੇ ਵਿੱਚ ਆ ਕੇ ਬੰਦਗੀ ਕਰੇ। ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਹਨ ਕਿ ਇਸ ਮਨੁੱਖਾ ਸਰੀਰ ਦੇ ਵਿੱਚ ਆਏ ਹੋਏ ਇਨਸਾਨ ਹਰ ਤਰ੍ਹਾਂ ਦੀ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ, ਜੋ ਚਾਹੇ ਉਹੀ ਪ੍ਰਾਪਤ ਕਰ ਸਕਦਾ ਹੈ। ਇਹ ਚਾਹੇ ਤੇ ਦੁਨੀਆ ਦੇ ਪ੍ਰਾਪਤ ਪਦਾਰਥਾਂ ਦੀ ਪ੍ਰਾਪਤੀ ਕਰ ਲਵੇ, ਰੱਬ ਦਾ ਭਜਨ ਕਰਕੇ ਚਾਹੇ ਤੇ ਸਵਰਗਾਂ ਆਦਿ ਦੀ ਇੱਛਾ ਰੱਖੇ, ਸਵਰਗ ਵੀ ਪ੍ਰਾਪਤ ਹੋ ਜਾਂਦੀ ਹੈ। ਜੇਕਰ ਰੱਬ ਦੀ ਬੰਦਗੀ ਕਰਕੇ ਇਹ ਚਾਹੇ ਬੈਕੁੰਠਾਂ ਆਦਿ ਸੱਚਖੰਡ ਆਦਿ ਦੀ ਪ੍ਰਾਪਤੀ, ਤੇ ਉਹ ਵੀ ਇਸ ਨੂੰ ਪ੍ਰਾਪਤ ਹੋ ਜਾਂਦੀ ਹੈ। ਜੇ ਪਰਮੇਸ਼ਵਰ ਦੇ ਮਿਲਾਪ ਦੀ ਇੱਛਾ ਰੱਖੇ ਤਾਂ ਪਰਮੇਸ਼ਵਰ ਦਾ ਮਿਲਾਪ ਹੋ ਜਾਂਦਾ, ਜਾਣੇ ਪਰਮ ਪਦਵੀ ਇਸ ਨੂੰ ਪ੍ਰਾਪਤ ਹੋ ਜਾਂਦੀ ਹੈ, ਬ੍ਰਹਮ ਗਿਆਨ ਆਦਿ ਪ੍ਰਾਪਤ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਦੇ ਸੰਤ ਜੀ ਮਹਾਰਾਜ ਜੀਆਂ ਦੇ ਬਚਨ ਹਨ। ਤੇ ਹੁਣ ਬਰਮਾ ਜੀਆਂ ਨੇ ਦੱਸਣਾ ਕੀਤਾ ਹਰਨਾਕਸ਼ ਦੇ ਪਾਸ ਕਿ ਇਹ ਸਰੀਰ ਤੇ ਇੱਕ ਦਿਨ ਜ਼ਰੂਰ ਹੀ ਛੱਡਣਾ ਪੈਂਦਾ ਹੈ। ਇਹ ਸਰੀਰ ਦੇ ਹੁੰਦਿਆਂ ਹੋਇਆਂ ਲਾਹਾ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ ਹੈ, ਵੱਡੀ ਤੋਂ ਵੱਡੀ ਵੀ ਪਦਵੀ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਅੰਤ ਦੇ ਸਮੇਂ ਤੇ ਸਰੀਰ ਦਾ ਨਾਸ ਹੁੰਦਾ ਹੀ ਹੈ, ਸਰੀਰ ਛੱਡ ਕੇ ਜਾਣਾ ਹੀ ਪੈਂਦਾ ਹੈ। ਤੂੰ ਜੋ ਵਰ ਮੰਗਦਾ ਹੈ ਨਾ ਕਿ ਮੈਂ ਕਦੇ ਵੀ ਮਰਾਂ ਨਾ, ਮ੍ਰਿਤੂ ਨਾ ਹੋਵੇ, ਇਹ ਕਦੇ ਨਹੀਂ ਹੋ ਸਕਦਾ। ਬਾਕੀ ਇਸ ਤੋਂ ਇਲਾਵਾ ਤੂੰ ਜੋ ਵੀ ਵਸਤੂ ਮੰਗੇਗਾ, ਕੋਈ ਵੀ ਐਸੀ ਵਸਤੂ ਨਹੀਂ ਹੈ ਜਿਹੜੀ ਤੈਨੂੰ ਅਸੀਂ ਨਾ ਦੇ ਸਕੀਏ। ਜੋ ਵੀ ਮਰ ਮੰਗਣਾ ਚਾਹੁੰਦਾ ਹੈ, ਇਸ ਤੋਂ ਬਿਨਾਂ ਤੂੰ ਮੰਗ ਸਕਦਾ ਹੈ। ਅੰਤਰ ਵਹਿਰ ਦਿਨਸ ਪੁਨ ਰਾਤੀ। ਤਾਂ ਫਿਰ ਹਰਨਾਕਸ਼ ਨੇ ਸੋਚਿਆ ਕਿ ਫਿਰ ਇਹ ਤੇ ਬਾਤ ਠੀਕ ਨਹੀਂ ਹੋਵੇਗੀ ਕਿ ਜਦ ਮੇਰਾ ਵੀ ਨਾਸ ਹੋ ਜਾਵੇਗਾ, ਤਾਂ ਉਸਨੇ ਸੋਚਿਆ ਕਿ ਕਿਸੇ ਤਰੀਕੇ ਦੇ ਨਾਲ, ਕਿਸੇ ਛਲ ਵੱਲ ਦੇ ਨਾਲ ਐਸਾ ਵਰ ਮੰਗ ਲਿਆ ਜਾਵੇ ਕਿ ਮ੍ਰਿਤੂ ਤੋਂ ਰਹਿਤ ਹੋ ਜਾਵੇ, ਮੌਤ ਇਸ ਦੇ ਨੇੜੇ ਹੀ ਨਾ ਆਵੇ। ਕੋਈ ਇਸ ਤਰੀਕੇ ਦੇ ਨਾਲ ਵਰ ਮੰਗ ਲਿਆ ਜਾਵੇ। ਤਾਂ ਫਿਰ ਇਸ ਨੇ ਇਸ ਗੱਲ 'ਤੇ ਵਿਚਾਰ ਕੀਤੀ, ਤਾਂ ਫਿਰ ਵਰ ਮੰਗਣਾ ਕੀਤਾ ਕਿ ਦੇਖੋ ਫਿਰ ਜੇਕਰ ਇਸ ਤਰ੍ਹਾਂ ਦਾ ਹੈ ਵਿਚਾਰ ਹੈ ਤਾਂ ਮੈਨੂੰ ਇਹ ਵਰ ਜ਼ਰੂਰ ਦੇ ਦੇਵੋ ਕਿ ਮੇਰੀ ਜੋ ਮ੍ਰਿਤੂ ਹੋਣੀ ਹੈ ਨਾ, ਮੌਤ ਹੋਣੀ ਹੈ, ਉਹ ਦਿਨ ਅਤੇ ਰਾਤ, ਕੋਈ ਦਿਨ ਦਾ ਸਮਾਂ ਨਾ ਹੋਵੇ, ਰਾਤ ਦਾ ਸਮਾਂ ਨਾ ਹੋਵੇ, ਐਸੇ ਸਮੇਂ ਦੇ ਵਿੱਚ ਮੇਰੀ ਮ੍ਰਿਤੂ ਹੋਣੀ ਚਾਹੀਦੀ ਹੈ। ਇਸ ਨੇ ਸੋਚਿਆ ਸੀ ਕਿ ਜਦ ਮ੍ਰਿਤੂ ਦਾ ਸਮਾਂ ਹੋ ਆਵੇਗਾ ਤੇ ਕੁਛ ਨਾ ਕੁਛ ਤਾਂ ਹੋਵੇਗਾ ਹੀ ਨਾ, ਜਾਂ ਦਿਨ ਹੋਵੇਗਾ ਜਾਂ ਰਾਤ ਹੋਵੇਗੀ। ਇਹ ਕਹਿਣ ਲੱਗਿਆ, ਪ੍ਰਭੂ ਜਦ ਮੇਰੀ ਮ੍ਰਿਤੂ ਹੋਵੇ, ਅੰਤ ਹੋਵੇ, ਤੇ ਉਸ ਟਾਈਮ ਨਾ ਦਿਨ ਹੋਵੇ ਅਤੇ ਨਾ ਰਾਤ ਹੋਵੇ। ਅਨਕ ਪਾਤ ਕੀ ਸ਼ਸਤਰਨ ਜਾਤੀ। ਫਿਰ ਦੂਸਰੀ ਬੇਨਤੀ ਇਹ ਕੀਤੀ ਕਿ ਭਾਂਤ ਭਾਂਤ ਦੇ ਸ਼ਸਤਰ ਹਨ, ਭਾਂਤ ਭਾਂਤ ਦੇ ਸ਼ਸਤਰ ਇਸ ਦੁਨੀਆ ਦੇ ਵਿੱਚ ਹਨ। ਕੋਈ ਕਿਰਪਾਨ ਹੈ, ਕੋਈ ਤੀਰ ਹੈ, ਔਰ ਕੋਈ ਭਾਲੇ ਵਰਸ਼ ਆਦਿ ਹੋਰ ਬੜੇ ਤਰ੍ਹਾਂ ਦੇ ਸ਼ਸਤਰ ਹਨ।
ਕਿਸੇ ਵੀ ਸ਼ਸਤਰ ਦੇ ਨਾਲ ਮੇਰੀ ਮ੍ਰਿਤੂ ਨਾ ਹੋਵੇ। ਛਿਤ ਆਕਾਸ਼ ਗਿਰ ਗੈਨ ਕਠੋਰਾ। ਇਸ ਧਰਤੀ ਦੇ ਉੱਪਰ ਆਕਾਸ਼ ਦੇ ਵਿੱਚ ਔਰ ਜਿੰਨੇ ਵੀ ਪਹਾੜ ਹਨ, ਪਹਾੜਾਂ ਦੀਆਂ ਚੋਟੀਆਂ, ਪਹਾੜਾਂ ਦੀਆਂ ਕੰਦਰਾਂ, ਇਹਨਾਂ ਕਿਸੇ ਦੇ ਵਿੱਚ ਵੀ ਮ੍ਰਿਤੂ ਨਾ ਹੋਵੇ। ਯਖ ਸੁਰਾਸੁਰ ਪਨੰਗ ਕੋਰਾ। ਬੜੇ ਜਖ, ਬੜੇ ਸੁਰ, ਜਾਣੇ ਦੇਵਤੇ ਅਤੇ ਮਨੁੱਖ, ਬੜੇ ਸੱਪ ਆਦਿ ਜ਼ਹਿਰੀਲੇ ਹੁੰਦੇ ਹਨ, ਜਿਨ੍ਹਾਂ ਸੱਪਾਂ ਦੇ ਡੰਗਣ ਦੇ ਨਾਲ ਤੁਰੰਤ ਇਨਸਾਨ ਦੀ ਮ੍ਰਿਤੂ ਹੋ ਜਾਂਦੀ ਹੈ। ਭਾਵੇਂ ਬੜੀ ਕਿਸਮ ਦੇ ਸੱਪ ਇਸ ਦੁਨੀਆ ਦੇ ਵਿੱਚ ਹਨ, ਜਿਨ੍ਹਾਂ ਦੇ ਵਿੱਚੋਂ 5-7 ਹੀ ਸੱਪਾਂ ਦੀਆਂ ਜਾਤੀਆਂ ਐਸੀਆਂ ਹਨ ਜਿਨ੍ਹਾਂ ਦੇ ਡੰਗਣ ਦੇ ਨਾਲ ਇਨਸਾਨ ਦੀ ਜਾਂ ਕਿਸੇ ਜਾਨਵਰ ਦੀ ਮ੍ਰਿਤੂ ਹੋ ਜਾਂਦੀ ਹੈ। ਤਾਂ ਇਹ ਹਰਨਾਕਸ਼ ਹੁਣ ਬੇਨਤੀ ਕਰਦਾ ਹੈ ਕਿ ਕਿਸੇ ਵੀ ਸੱਪ ਦੇ ਡੰਗਣ ਨਾਲ ਮੇਰੀ ਮ੍ਰਿਤੂ ਨਾ ਹੋਵੇ, ਔਰ ਕਿਸੇ ਵੀ ਦੇਵਤੇ ਦੇ ਪਾਸੋਂ, ਕਿਸੇ ਵੀ ਮਨੁੱਖ ਦੇ ਪਾਸੋਂ ਮੇਰੀ ਮ੍ਰਿਤੂ ਨਾ ਹੋਵੇ। ਇਨ ਤੇ ਕਬ ਨਾ ਹੋਏ ਮਿਰਤ ਮੇਰੀ। ਇਹਨਾਂ ਦੇ ਪਾਸੋਂ ਕਦੇ ਵੀ ਮੇਰੀ ਮ੍ਰਿਤੂ, ਮੇਰਾ ਅੰਤ ਨਾ ਹੋਵੇ। ਦੁੰਦ ਜੁਦ ਕੋ ਕਰੇ ਨਾ ਹੇਰੀ। ਫਿਰ ਅੱਗੇ ਬੇਨਤੀ ਕਰਦਾ ਹੈ ਕਿ ਮੇਰੇ ਨਾਲ ਯੁੱਧ ਕਰਕੇ ਕੋਈ ਮੈਨੂੰ ਹਰਾ ਕੇ ਮੇਰਾ ਅੰਤ ਨਾ ਕਰੇ, ਮੈਨੂੰ ਮਾਰੇ ਨਾ। ਔਰ ਇਸ ਤਰ੍ਹਾਂ ਦਾ ਵਰ ਬਖਸ਼ੋ ਕਿ ਜੋ ਕੋਈ ਵੀ ਮੇਰਾ ਬੈਰੀ ਸ਼ਤਰੂ ਮੈਨੂੰ ਮਾਰਨ ਦੇ ਵਾਸਤੇ ਆਏ, ਮੈਨੂੰ ਹਰਾਉਣ ਦੇ ਵਾਸਤੇ ਆਏ, ਤੇ ਮੈਨੂੰ ਦੇਖਣ ਸਾਰ ਡਰ ਕੇ ਉਹ ਪਿੱਛੇ ਹੀ ਮੁੜ ਜਾਵੇ, ਮੇਰੇ ਨਾਲ ਸਿੱਧਾ ਆ ਕੇ ਜੰਗ ਨਾ ਕਰੇ। ਜਿਉ ਸਭ ਆਇਸ ਮਨਹਿ ਤੁਮਾਰੀ। ਤਾਂ ਇਸੇ ਤਰ੍ਹਾਂ ਜਦ ਬਾਰ-ਬਾਰ ਬੇਨਤੀਆਂ ਕੀਤੀਆਂ ਤਾਂ ਹਰਨਾਕਸ਼ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਰ ਲਏ ਕਿ ਜਿਸ ਤਰ੍ਹਾਂ ਇਸ ਦੀ ਮ੍ਰਿਤੂ ਨਾ ਹੋਵੇ। ਤਾਂ ਇਸ ਨੇ ਸੋਚਿਆ ਸੀ ਕਿ ਇੰਨੀਆਂ ਗੱਲਾਂ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ। ਪਹਿਲੀ ਗੱਲ ਤੇ ਜਦੋਂ ਮ੍ਰਿਤੂ ਦਾ ਸਮਾਂ ਆਉਂਦਾ ਹੈ ਇਨਸਾਨ ਦਾ, ਤੇ ਜਾਂ ਤੇ ਦਿਨ ਹੁੰਦਾ ਹੈ ਜਾਂ ਰਾਤ ਹੁੰਦੀ ਹੈ, ਫਿਰ ਜਾਂ ਉਹ ਧਰਤੀ ਤੇ ਹੁੰਦਾ ਹੈ ਜਾਂ ਆਕਾਸ਼ ਦੇ ਵਿੱਚ ਹੁੰਦਾ ਹੈ, ਤੇ ਜਾਂ ਕਿਸੇ ਸ਼ਸਤਰ ਦੇ ਨਾਲ ਮਰਦਾ ਹੈ ਜਾਂ ਕਿਸੇ ਬਿਮਾਰੀ ਦੇ ਨਾਲ ਮਰਦਾ ਹੈ, ਜਾਂ ਕਿਸੇ ਜ਼ਹਿਰੀਲੇ ਜਾਨਵਰ ਸੱਪ ਆਦਿ ਦੇ ਡੰਗ ਨਾਲ, ਜਾਂ ਕਿਸੇ ਮਨੁੱਖ ਦੇ ਹੱਥੋਂ ਮਰਦਾ ਹੈ ਜਾਂ ਦੇਵਤੇ ਦੇ ਹੱਥੋਂ ਮਰਦਾ ਹੈ। ਹਰਨਾਕਸ਼ ਨੇ ਮਨ ਦੇ ਵਿੱਚ ਵਿਚਾਰਿਆ ਕਿ ਇੰਨੀਆਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਤਾਂ ਹੁਣ ਵਰ ਲਿਆ ਹੈ ਕਿ ਇੱਕ ਵੀ ਵਾਰਤਾ ਨਹੀਂ ਹੋਵੇਗੀ ਤੇ ਮੇਰੀ ਕਦੇ ਵੀ ਮ੍ਰਿਤੂ ਨਹੀਂ ਹੋਵੇਗੀ। ਨਿਰਭੈ ਹੋ ਜਾਂਦਾ ਹੈ, ਬੇਨਤੀ ਕਰਦਾ ਹੈ। ਬਰਮਾ ਜੀਆਂ ਨੇ ਬੇਨਤੀ ਸੁਣੀ ਤੇ ਫਿਰ ਵਰ ਦੇਣ ਲੱਗੇ ਹਨ। ਤਿਉ ਹਵੇ ਮਮ ਆਇਸ ਅਨਸਾਰੀ। ਫਿਰ ਇੱਕ ਵਾਰ ਹੋਰ ਮੰਗਿਆ ਕਿ ਦੇਖੋ ਇਹ ਵੀ ਮੈਨੂੰ ਵਰ ਦੇਵੋ ਕਿ ਜਿੰਨੀ ਵੀ ਆਪ ਦੀ ਰਚਨਾ ਹੈ ਨਾ, ਰਚੀ ਹੋਈ ਹੈ, ਜੀਵ ਰਚੇ ਹੋਏ ਹਨ, ਸਾਰੇ ਦੇ ਸਾਰੇ ਜਿਵੇਂ ਆਪ ਦੀ ਆਗਿਆ ਦੇ ਵਿੱਚ ਚੱਲਦੇ ਹਨ ਨਾ, ਤੇ ਇਸੇ ਤਰ੍ਹਾਂ ਇਹ ਮੇਰੀ ਆਗਿਆ ਦੇ ਵਿੱਚ ਚੱਲਣੇ ਚਾਹੀਦੇ ਹਨ। ਏਕ ਰਾਜ ਅਵਨੀ ਪੈ ਕਰਹੂੰ। ਇਸ ਸਾਰੀ ਧਰਤੀ ਦੇ ਉੱਪਰ ਮੈਂ ਆਪਣਾ ਹੀ ਰਾਜ ਕਾਇਮ ਕਰ ਲਵਾਂ। ਸਗਲ ਬੈਰੀਅਨ ਛਿਨ ਮੈਂ ਹਰਹੂੰ। ਸਾਰੇ ਬੈਰੀ, ਸਾਰੇ ਦੁਸ਼ਮਣਾਂ ਨੂੰ ਇੱਕ ਛਿਣ ਦੇ ਵਿੱਚ ਹੀ ਨਾਸ ਕਰ ਦਿਆ ਕਰਾਂ। ਲੋਕਪਾਲ ਸਭ ਰਹਿ ਅਧੀਨਾ। ਜਿੰਨੇ ਵੀ ਲੋਕਪਾਲ ਹਨ, ਪ੍ਰਿਥਵੀ ਦੇ ਰਾਜੇ ਹਨ, ਸਾਰੇ ਦੇ ਸਾਰੇ ਮੇਰੇ ਅਧੀਨ ਹੋਣੇ ਚਾਹੀਦੇ ਹਨ। ਇਹ ਵਰ ਦੀਜੈ ਮੁਝੇ ਪਰਵੀਨਾ। ਬੇਨਤੀ ਕੀਤੀ ਵਰਮਾ ਜੀਆਂ ਦੇ ਪਾਸ ਕਿ ਪ੍ਰਭੂ ਇਹੋ ਜਿਹਾ ਵਰ ਮੈਨੂੰ ਜ਼ਰੂਰ ਦੇ ਦੇਵੋ। ਦੈਂਤ ਰਾਜ ਕੀ ਸੁਨ ਕਰ ਬਾਨੀ। ਜਦ ਹਰਨਾਕਸ਼ ਦੀ ਇਸ ਤਰ੍ਹਾਂ ਦੀ ਬੇਨਤੀ ਵਰਮਾ ਜੀਆਂ ਨੇ ਸੁਣਨਾ ਕੀਤੀ, ਬੋਲਿਓ ਬ੍ਰਹਮਾ ਕਰ ਸਨਮਾਨੀ। ਤਾਂ ਵਰਮਾ ਜੀ ਬੜੇ ਇਹਨਾਂ ਦੇ ਬਚਨਾਂ ਦਾ ਸਨਮਾਨ ਕਰਦੇ, ਸਤਿਕਾਰ ਕਰਦੇ ਬੋਲਦੇ ਹਨ। ਵਰ ਦੁਰਲਭ ਤੈ ਜਾਚਨ ਕੀਨੋ। ਤਾਂ ਵਰਮਾ ਜੀ ਕਹਿਣ ਲੱਗੇ ਤੂੰ ਤੇ ਬੜਾ ਦੁਰਲਭ, ਬੜਾ ਕਠਿਨ ਵਰ ਮੰਗ ਲਿਆ ਹੈ। ਇਸ ਤਰ੍ਹਾਂ ਦੀਆਂ ਬੇਨਤੀਆਂ ਕਰ ਦਿੱਤੀਆਂ ਕਿ ਜਿਹੜੀ ਗੱਲ ਕਦੇ ਹੋ ਨਹੀਂ ਸਕਦੀ ਜਾਂ ਹੋਣੀ ਬੜੀ ਮੁਸ਼ਕਲ ਹੈ, ਤੂੰ ਤੇ ਬੜਾ ਦੁਰਲਭ ਵਰ ਮੰਗ ਲਿਆ ਹੈ। ਤਦਪੀ ਦਿਓ ਮੈਂ ਤਪ ਵੱਡ ਚੀਨੋ। ਪਰ ਤੇਰਾ ਇੰਨਾ ਵੱਡਾ ਤਪ, ਐਡੀ ਤਪੱਸਿਆ ਦੇਖ ਕੇ ਮੈਂ ਤੈਨੂੰ ਇਹ ਵੀ ਵਰ ਜ਼ਰੂਰ ਦੇਵਾਂਗਾ। ਜੋ ਤੂੰ ਬੜਾ ਕਠਿਨ ਵਰ ਮੰਗ ਲਿਆ ਹੈ ਨਾ, ਤੇਰੀ ਇਹ ਵੀ ਇੱਛਾ ਜ਼ਰੂਰ ਪੂਰੀ ਹੋ ਜਾਵੇਗੀ। ਏਵ ਮਸਤ ਕੈ ਬ੍ਰਹਮਾ ਗਵਨਾ। ਇਹ ਮਸਤ ਜਾਣੇ ਇਸੇ ਤਰ੍ਹਾਂ ਹੀ ਹੋਵੇਗਾ, ਜਾਂ ਤਥਾ ਅਸਤੂ ਕਹਿ ਦਿੱਤਾ ਜਾਂਦਾ ਹੈ।
ਤਾਂ ਇਹ ਕਹਿ ਕੇ ਕਿ ਇਸੇ ਤਰ੍ਹਾਂ ਹੀ ਹੋਵੇਗਾ ਤਾਂ ਬਰਮਾ ਜੀ ਚਲੇ ਜਾਂਦੇ ਹੈ। ਤਾਂ ਹੁਣ ਜਿਹੜਾ ਕਠਿਨ ਵਰ ਮੰਗਿਆ ਸੀ ਇਸ ਵਰ ਦੇ ਵਾਸਤੇ ਤਥਾ ਅਸਤੂ ਕਹਿ ਦਿੱਤਾ ਕਿ ਇਸੇ ਤਰ੍ਹਾਂ ਹੀ ਹੋਵੇਗਾ। ਇਹ ਕਹਿ ਕੇ ਜਾਣੇ ਇਹ ਵਰ ਦੇ ਕੇ ਬਰਮਾ ਜੀ ਚਲੇ ਜਾਂਦੇ ਹਨ। ਪ੍ਰਾਪਤ ਪਇਓ ਆਪਣੇ ਭਵਨਾ। ਤਾਂ ਹਰਨਾਕਸ਼ ਇਹ ਦੇਖ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਇਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਹੁਣ ਦੁਨੀਆ ਦੇ ਵਿੱਚ ਮੇਰਾ ਕਦੇ ਅੰਤ ਨਹੀਂ ਹੋ ਸਕੇਗਾ, ਨਾ ਕਦੇ ਦਿਨ ਦੇ ਵਿੱਚ ਨਾ ਰਾਤ ਦੇ ਵਿੱਚ ਮੈਂ ਮਰਾਂਗਾ, ਨਾ ਕਿਸੇ ਸ਼ਾਸਤਰ ਤੋਂ ਨਾ ਜਾਨਵਰ ਤੋਂ ਮਰਾਂਗਾ। ਤੇ ਇਸ ਤਰ੍ਹਾਂ ਇਹ ਖੁਸ਼ ਹੋ ਕੇ ਆਪਣੀ ਪੂਰੀ ਆਪਣੇ ਮਹਿਲਾਂ ਦੇ ਵਿੱਚ ਵਾਪਸ ਚਲਿਆ ਜਾਂਦਾ ਹੈ। ਹਿਰਨ ਕਸ਼ਪ ਜਬ ਅਸਵਰ ਪਾਵਾ। ਜਦ ਇਸ ਤਰ੍ਹਾਂ ਦਾ ਬਲ ਪ੍ਰਾਪਤ ਹੋ ਜਾਂਦਾ ਹੈ, ਪਇਓ ਹਰਖ ਹਿਰਦੇ ਗਰਬਾਵਾ। ਬੜੀ ਖੁਸ਼ੀ ਹੋਈ, ਬੜੀ ਖੁਸ਼ੀ, ਇਸ ਦੀ ਖੁਸ਼ੀ ਦੀ ਹੱਦ ਨਾ ਰਹੀ। ਅਰ ਖੁਸ਼ੀ ਵੀ ਹੋਈ, ਨਾਲ ਨਾਲ ਇਸ ਨੂੰ ਮਾਣ ਹੰਕਾਰ ਵੀ ਹੋ ਗਿਆ ਕਿ ਹੁਣ ਮੈਨੂੰ ਤੇ ਕੋਈ ਦੁਨੀਆ ਤੇ ਮਾਰ ਨਹੀਂ ਸਕੇਗਾ। ਸਿਮਰ ਪ੍ਰਾਤ ਬਦ ਪਾਉਰ ਕ੍ਰੋਧਾ। ਤਾਂ ਹੁਣ ਹੰਕਾਰ ਦੇ ਵਿੱਚ ਆਇਆ ਹੋਇਆ ਕਹਿੰਦਾ ਹੈ ਕਿ ਹੁਣ ਮੈਂ ਆਪਣੇ ਭਰਾ ਦਾ ਬਦਲਾ ਵਿਸ਼ਨੂੰ ਭਗਵਾਨ ਦੇ ਪਾਸੋਂ ਜ਼ਰੂਰ ਲੈ ਸਕਾਂਗਾ। ਸ੍ਰੀ ਵਿਸ਼ਨ ਸੰਗ ਕੀਨ ਵਿਰੋਧਾ। ਤਾਂ ਉਸੇ ਸਮੇਂ ਉਸੇ ਟਾਈਮ ਤੋਂ ਵਿਸ਼ਨੂੰ ਭਗਵਾਨ ਦੇ ਨਾਲ ਬੜਾ ਬੈਰ ਵਿਰੋਧ ਬਣ ਲੈਂਦਾ ਹੈ। ਤੁਰਨ ਤੀਨ ਲੋਕ ਕੋ ਜੀਤਾ। ਤਾਂ ਉਸੇ ਟਾਈਮ ਆਪਣੇ ਨੌਕਰਾਂ ਦੈਂਤਾਂ ਨੂੰ ਹੁਕਮ ਕਰ ਦਿੱਤਾ ਤੇ ਜਿੱਥੇ ਵੱਡੀ ਸੈਨਾ ਵੱਡੀ ਫੌਜ ਦੈਂਤਾਂ ਦੀ ਆਪਣੇ ਨਾਲ ਲਈ ਤੇ ਤੂਰਨ ਹੀ ਤੁਰੰਤ ਹੀ ਤਿੰਨੇ ਲੋਕਾਂ ਨੂੰ ਜਿੱਤ ਲੈਂਦਾ ਹੈ। ਇਸ ਮਾਤ ਲੋਕ ਨੂੰ, ਪਾਤਾਲ ਲੋਕ ਨੂੰ ਅਤੇ ਸਵਰਗ ਲੋਕ ਨੂੰ, ਜਾਣੇ ਤਿੰਨਾਂ ਹੀ ਲੋਕਾਂ ਦੇ ਉੱਪਰ ਹਮਲਾ ਕਰਦਾ ਹੈ। ਹਮਲਾ ਕਰਕੇ ਇਹਨਾਂ ਦੈਂਤਾਂ ਦੀ ਫੌਜ ਦੇ ਨਾਲ ਤਿੰਨੇ ਲੋਕਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਅਨੰਗ ਨਰਸੁਰ ਪੈ ਪੈ ਪੀਤਾ। ਤਾਂ ਤਿੰਨੇ ਲੋਕਾਂ ਨੂੰ ਜਿੱਤਣ ਤੋਂ ਬਾਅਦ ਜਿਹੜੇ ਇਹ ਜੀਵ ਸਨ, ਧਰਤੀ ਤੇ ਰਹਿਣ ਵਾਲੇ ਜਿੰਨੇ ਮਨੁੱਖ ਸਨ, ਜਿੰਨੇ ਹੋਰ ਸਭ ਆਦਿ ਜਾਨਵਰ ਸਨ, ਸਾਰੇ ਦੇ ਸਾਰੇ, ਹੋਰ ਜਿੰਨੇ ਦੇਵਤੇ ਸਨ ਸਵਰਗਾਂ ਦੇ, ਸਾਰੇ ਇਸ ਤੋਂ ਭੈ ਭੀਤ ਹੋ ਜਾਂਦੇ ਹੈ, ਡਰ ਜਾਂਦੇ ਹਨ। ਸੁਰਗ ਬਿਖੈ ਕੀਨੋ ਨਿਜ ਵਾਸਾ। ਤਾਂ ਜਦ ਸਾਰੇ ਦੇ ਸਾਰੇ ਇਸ ਦੇ ਭੈ ਤੋਂ ਡਰ ਜਾਂਦੇ ਹਨ, ਭੈ ਖਾਂਦੇ ਹਨ, ਡਰਦੇ ਹਨ, ਤਾਂ ਇਹ ਆਪਣੀ ਦੈਂਤਾਂ ਦੀ ਫੌਜ ਨੂੰ ਨਾਲ ਲੈ ਕੇ ਸਵਰਗਾਂ ਦੇ ਵਿੱਚ ਜਾ ਕੇ ਕਾਬਜ ਹੋ ਜਾਂਦਾ ਹੈ। ਉੱਥੇ ਜਾ ਕੇ ਕਬਜ਼ਾ ਕਰ ਲੈਂਦਾ ਹੈ, ਸਵਰਗਾਂ ਦੇ ਵਿੱਚ ਰਹਿਣ ਲੱਗ ਪੈਂਦਾ ਹੈ। ਅਨਕ ਪਾਤ ਕੇ ਕਰਤ ਬਿਲਾਸਾ। ਸਵਰਗਾਂ ਦੇ ਵਿੱਚ ਰਹਿੰਦੇ ਹੋਏ ਬੜੇ ਬਿਲਾਸ ਕਰਦਾ ਹੈ, ਬੜੇ ਸੁਖ ਭੋਗਦਾ ਹੈ। ਛੀਨ ਫੇਨ ਸਮ ਸਹਿਜਾ ਤਹਿਵਾ। ਜਿਸ ਅਸਥਾਨ ਤੇ ਸਵਰਗ ਦਾ ਰਾਜਾ ਇੰਦਰ ਆਪਣੀ ਸੇਜਾ ਲਾ ਕੇ ਬੈਠਿਆ ਕਰਦਾ ਸੀ, ਆਰਾਮ ਕਰਦਾ ਸੀ, ਉਹ ਸੇਜ ਕਿਹੋ ਜੀ ਬਣੀ ਹੋਈ ਸੀ, ਜਿਸ ਤਰ੍ਹਾਂ ਦੁੱਧ ਦੀ ਝੱਗ ਹੁੰਦੀ ਹੈ ਨਾ, ਇਸ ਤਰ੍ਹਾਂ ਬੜੀ ਨਰਮ ਸੇਜਾ ਹੈ ਇੰਦਰ ਦੀ। ਤੇ ਇਸ ਨਰਮ ਸੇਜਾ ਦੇ ਉੱਪਰ ਜਾ ਕੇ ਹਰਨਾਕਸ਼ ਆਪਣਾ ਕਬਜ਼ਾ ਕਰ ਲੈਂਦਾ ਹੈ। ਪਦਮ ਰਾਕੇ ਆਸਨ ਜਹਿਵਾ। ਜਿੱਥੇ ਇਹਨਾਂ ਦੇਵਤਿਆਂ ਦੇ ਆਸਨ ਲੱਗੇ ਹੁੰਦੇ ਸੀ ਨਾ, ਉਹ ਆਸਨ ਇਹੋ ਜਿਹੇ ਸੀ ਜਿਨ੍ਹਾਂ ਦੇ ਵਿੱਚ ਹੀਰੇ ਲਾਲ ਪੰਨੇ ਆਦਿ ਜੜੇ ਸਨ। ਮਰਕਤ ਮਨ ਪੂਰ ਚਿੱਤਰ ਸੁਹਾਈ। ਬੜੇ ਸਜਾਵਟ ਆਦਿ ਕੀਤੀ ਹੋਈ ਸੀ। ਜਿੱਥੇ ਬੜੀ ਚਿੱਤਰਕਾਰੀ ਕੀਤੀ ਹੋਈ ਸੀ, ਉੱਥੇ ਇਹਨਾਂ ਚਿੱਤਰਕਾਰੀਆਂ ਦੇ ਵਿੱਚ ਵੀ ਹੀਰੇ ਲਾਲ ਪੰਨੇ ਆਦਿ ਜੜੇ ਹੋਏ ਸਨ। ਅਟਾ ਫਟਕੀ ਲਲਿਤ ਬਨਾਈ। ਵੱਡੀਆਂ ਵੱਡੀਆਂ ਅਟਾਰੀਆਂ ਫਟਕ ਫਲੌਰ ਦੀਆਂ ਬਣੀਆਂ ਹੋਈਆਂ ਸਨ। ਵਿਵਿਧ ਬਚਿਤ ਤਰਨ ਤਨੇ ਬਿਤਾਨਾ। ਤੇ ਜਿਹੜੀਆਂ ਵੱਡੀਆਂ ਵੱਡੀਆਂ ਬੇਹੱਦ ਖੂਬਸੂਰਤ ਇਹ ਅਟਾਰੀਆਂ ਦੇ ਵਿੱਚ ਬਹੁਤ ਸਾਰੀ ਸਜਾਵਟ ਇਸ ਤਰ੍ਹਾਂ ਦੀ ਕੀਤੀ ਸੀ ਕਿ ਇਹਨਾਂ ਦੇ ਵਿੱਚ ਵੱਡੇ ਵੱਡੇ ਬੇਕੀਮਤੀ ਚੰਦੋਏ ਤਾਣੇ ਹੋਏ ਸਨ। ਮੁਕਤਨ ਕੀ ਚਾਲਰ ਵਿਦ ਨਾਨਾ। ਤੇ ਹੀਰੇ ਮੁਕਤਿਆਂ ਦੀਆਂ ਝਾਲਰਾਂ ਲੱਗ ਕੇ ਇਹ ਵੱਡੀਆਂ ਸੇਜਾਂ ਤਿਆਰ ਕੀਤੀਆਂ ਸਨ। ਬਿਦਰਮ ਮਨ ਜਡ ਬਨੀ ਸੁਪਾਨਾ। ਤਾਂ ਇਹਨਾਂ ਵੱਡੀਆਂ ਵੱਡੀਆਂ ਅਟਾਰੀਆਂ ਦੇ ਉੱਪਰ ਚੜ੍ਹਨ ਵਾਸਤੇ ਜੋ ਪੌੜੀਆਂ ਆਦਿ ਬਣੀਆਂ ਸੀ, ਸੋਪਾਨ ਆਦਿ ਬਣੀਆਂ ਸੀ, ਇਹ ਵੀ ਬੜੀ ਗੋਲੀਆਂ ਅਤੇ ਪੰਨਿਆਂ ਦੇ ਨਾਲ
ਖਚਤ ਸਨ। ਧਨ ਬਨ ਛਬ ਨੇ ਜਾਤ ਬਖਾਨਾ। ਤਾਂ ਉਥੋਂ ਦੀ ਛਵੀ, ਉਥੋਂ ਦੀ ਸੁੰਦਰਤਾਈ ਕਹਿਣ ਲੱਗੇ ਕਿ ਕੋਈ ਦੱਸੀ ਨਹੀਂ ਜਾ ਸਕਦੀ। ਚੰਦ ਬਦਨ ਜੇ ਦੇਵ ਬਦੂਤੀ। ਤੇ ਐਨੇ ਸੁੰਦਰਤਾਈ ਦੇ ਬਹੁਤ ਵੱਡੇ ਵੱਡੇ ਅਟਾਰੀਆਂ ਮੰਦਰ ਬਣੇ ਹੋਏ ਸਨ, ਤੇ ਜਿਸ ਅਸਥਾਨ ਤੇ ਰਹਿਣ ਵਾਲੀਆਂ ਅਪਛਰਾਂ ਪਰੀਆਂ ਆਦਿ ਸਨ। ਜਿਨ ਸਭ ਜਗ ਕੀ ਉਪਮਾ ਲੂਟੀ। ਤੇ ਜਿੱਥੋਂ ਦੀ ਸੋਭਾ, ਜਿੱਥੋਂ ਦੀ ਸੁੰਦਰਤਾ ਇਸ ਜਗਤ ਦੇ ਨਾਲੋਂ, ਇਸ ਦੁਨੀਆ ਦੇ ਨਾਲੋਂ ਹਜ਼ਾਰਾਂ ਗੁਣਾ ਵੱਡੀ ਜ਼ਿਆਦੇ ਸੀ। ਅਸ ਪ੍ਰਕਾਰ ਸੁਖ ਸੁਰਗ ਅਪਾਰਾ। ਇਸ ਤਰ੍ਹਾਂ ਦੇ ਸੁੰਦਰ ਸਵਰਗ ਦੇ ਵਿੱਚ ਹਰਨਾਕਸ਼ ਪਹੁੰਚਦਾ ਹੈ। ਭੋਗਤ ਪਾਰ ਤਾਏ ਮਝਾਰਾ। ਤੇ ਸਵਰਗਾਂ ਦੇ ਵਿੱਚ ਕਬਜ਼ਾ ਕਰਕੇ ਤੇ ਇਸੇ ਅਸਥਾਨ ਤੇ ਬੜੇ ਹੀ ਸੁਖ ਆਪਣੇ ਦੈਂਤਾਂ ਦੀ ਫੌਜ ਦੇ ਨਾਲ ਰਹਿ ਕੇ ਹਰਨਾਕਸ਼ ਭੋਗ ਰਿਹਾ ਹੈ। ਜੀਤ ਲੋਕਪਤ ਸਗਰੇ ਜਬਹੀ। ਜਦ ਸਾਰੇ ਲੋਕਪਤ ਹਰਨਾਕਸ਼ ਨੇ ਜਿੱਤ ਲਈ, ਬੈਸਿਓ ਸਿੰਘਾਸਨ ਪਰ ਤਬਹੀ। ਆਪਣੀ ਦੈਂਤਾਂ ਦੀ ਫੌਜ ਦੇ ਨਾਲ ਸਾਰੇ ਪਾਸੇ ਜਿੱਤ ਪ੍ਰਾਪਤ ਕਰਕੇ ਤੇ ਉਹ ਇੰਦਰ ਦਾ ਜਿਹੜਾ ਹੀਰੇ ਜਵਾਹਰਾਤਾਂ ਦੇ ਨਾਲ ਜੱਟ ਉਹ ਸਿੰਘਾਸਨ ਸੀ, ਉਸ ਦੇ ਉੱਪਰ ਬੈਠਦਾ ਹੈ। ਲੋਕਪਾਲ ਲੈ ਸਕਲ ਉਪਾਇਨ। ਜਿੰਨੇ ਵੀ ਲੋਕਪਾਲ ਸੀ ਨਾ, ਵੱਡੇ ਛੋਟੇ ਰਾਜੇ ਸਨ, ਸਾਰੇ ਦੇ ਸਾਰੇ ਇਸ ਦੇ ਅੱਗੇ ਆ ਕੇ ਹੱਥ ਜੋੜਦੇ ਹਨ। ਤਤ ਛਿਨ ਪੂਜਤ ਪੈਤੇ ਪਾਇਨ। ਜਿੰਨੇ ਵੀ ਦੁਨੀਆ ਦੇ ਰਾਜੇ ਅਰ ਸਵਰਗਾਂ ਆਦਿ ਦੇ ਦੇਵਤੇ ਸਨ, ਲੋਕਪਾਲ ਆਦਿ ਦਿਗਪਾਲ ਆਦਿ ਸਨ, ਇਹ ਸਾਰੇ ਦੇ ਸਾਰੇ ਹੁਣ ਹਰਨਾਕਸ਼ ਤੋਂ ਭੈ ਖਾਂਦੇ ਹੋਏ ਇਸ ਦੀ ਅਧੀਨਗੀ ਮੰਨਦੇ ਸਨ। ਬ੍ਰਹਮਾ ਵਿਸ਼ਨ ਬਹੀਨ ਗਰੀਸ਼ਾ। ਕੇਵਲ ਤੇ ਕੇਵਲ ਬਰਮਾ ਜੀ, ਵਿਸ਼ਨੂੰ ਜੀ ਅਤੇ ਸ਼ਿਵ ਜੀ ਭਗਵਾਨ ਤੋਂ ਬਿਨਾ, ਇਹਨਾਂ ਤਿੰਨ ਮੁੱਖ ਦੇਵਤਿਆਂ ਤੋਂ ਬਿਨਾ ਬਾਕੀ ਜਿੰਨੇ ਵੀ ਇੰਦਰ ਆਦਿ ਹੋਰ 33 ਕਰੋੜ ਦੇਵਤੇ ਸੀ, ਇਹ ਸਾਰੇ ਦੇ ਸਾਰੇ ਹਰਨਾਕਸ਼ ਤੋਂ ਭੈ ਖਾਂਦੇ ਔਰ ਇਸ ਦੀ ਆਗਿਆ ਮੰਨਦੇ ਸਨ। ਔਰ ਲੋਕਪਤ ਨਾਵੇ ਸੀਸਾ। ਜਿੰਨੇ ਲੋਕਪਤ ਸਨ, ਜਿੰਨੇ ਦਿਗਪਾਲ ਸਨ, ਸਾਰੇ ਅੱਗੇ ਆ ਕੇ ਸੀਸ ਨਿਭਾਉਂਦੇ ਹਨ। ਉਗਰ ਰਾਜ ਕੀ ਫਿਰਤ ਨਿਦੇਸ਼ੋ। ਉਗਰ ਰਾਜ ਜਾਣੇ ਬੜੇ ਕਠੋਰ ਕਠਨ ਰਾਜ ਦੀ ਆਗਿਆ ਸਾਰੇ ਫੈਲਾ ਦਿੱਤੀ। ਕੰਪਤ ਸ਼ਕਰ ਦਿਨੇਸ਼ ਨਿਵੇਸ਼ੋ। ਔਰ ਸਾਰੇ ਪਾਸੇ ਇਸ ਉਗਰ ਰਾਜ ਦੀ ਆਗਿਆ ਫੈਲ ਗਈ। ਕਠੋਰ ਰਾਜ ਦੀ ਕਠੋਰ ਆਗਿਆ, ਕਠੋਰ ਹੁਕਮ ਪਹੁੰਚਾ ਦਿੱਤੇ ਗਏ। ਤੇ ਹੁਣ ਜਦ ਇਸ ਤਰ੍ਹਾਂ ਦਾ ਹੋਇਆ ਤਾਂ ਹੁਣ ਇੰਦਰ ਦੇਵਤਾ ਉਹ ਵੀ ਹੁਣ ਇਸ ਹਰਨਾਕਸ਼ ਦੀ ਆਗਿਆ ਨੂੰ ਮੰਨਣ ਲੱਗਿਆ। ਇਸ ਤੋਂ ਭੈ ਖਾਂਦਾ ਹੈ, ਡਰ ਖਾਂਦਾ ਹੈ। ਹੋਰ ਸਭ ਦੇ ਸਭ ਦੇਵਤੇ ਡਰਦੇ ਹਨ। ਇੱਕ ਵਾਰ ਜੋ ਬੋਵੇ ਖੇਤੀ। ਤਾਂ ਕਿਸ ਤਰ੍ਹਾਂ ਦਾ ਫਲ ਮਿਲਿਆ ਤਪੱਸਿਆ ਦਾ, ਕਿ ਜਿਸ ਤਰ੍ਹਾਂ ਕੋਈ ਇੱਕ ਵਾਰ ਆਪਣੀ ਧਰਤੀ ਦੇ ਉੱਪਰ ਜ਼ਮੀਨ ਦੇ ਵਿੱਚ ਕੋਈ ਕਿਰਸਾਨੀ ਕਰਦਾ ਹੈ ਨਾ, ਖੇਤੀ ਕਰਦਾ ਹੈ, ਇੱਕ ਵਾਰ ਕੋਈ ਖੇਤੀ ਕਰਦਾ ਹੈ। ਲੁਨ ਹੈ ਅਨਕ ਵਿਰ ਹਵੇ ਪੁਨ ਤੇਤੀ। ਔਰ ਉਸ ਦੇ ਉੱਪਰੋਂ ਕਿੰਨੀ ਵਾਰ ਫਸਲ ਪ੍ਰਾਪਤ ਕਰ ਲੈਂਦਾ ਹੈ। ਬਹੁਤ ਸਾਰੀਆਂ ਫਸਲਾਂ ਐਸੀਆਂ ਹੁੰਦੀਆਂ ਹਨ ਔਰ ਜਿਨ੍ਹਾਂ ਨੂੰ ਇੱਕ ਵਾਰ ਬੀਜ ਕੇ ਕਈ ਵਾਰ ਫਲ ਲਿਆ ਜਾਂਦਾ ਹੈ। ਔਰ ਬਹੁਤ ਸਾਰੇ ਪੇੜ ਪੌਦੇ ਐਸੇ ਹੁੰਦੇ ਹਨ, ਜਿਸ ਤਰ੍ਹਾਂ ਅੰਬ ਦਾ ਦਰਖਤ ਹੈ, ਇੱਕ ਵਾਰ ਬੀਜ ਦੇਵੋ ਤੇ ਇਹ ਜਦ ਦਰਖਤ ਉੱਗੇਗਾ, ਵੱਡਾ ਹੋਵੇਗਾ, ਇਸ ਦੇ ਉੱਪਰ ਅੰਬ ਲੱਗਦੇ ਹਨ। ਇਹ ਤੇ ਨਹੀਂ ਹੈ ਕਿ ਇੱਕ ਵਾਰ ਲੱਗਦੇ ਹਨ, ਇੱਕ ਵਾਰ ਲੱਗੇ ਤੇ ਅਗਲੇ ਸਾਲ ਮੌਸਮ ਆਉਣ ਤੇ ਫਿਰ ਲੱਗਦੇ ਹਨ, ਤੀਸਰੇ ਸਾਲ, ਚੌਥੇ ਸਾਲ ਫਿਰ। ਇਸੇ ਤਰ੍ਹਾਂ ਇੱਕ ਵਾਰ ਬੀਜ ਦਿੱਤਾ, ਬਾਰ-ਬਾਰ ਫਲ ਲੱਗਦਾ ਹੈ। ਤੇ ਇਸੇ ਤਰ੍ਹਾਂ ਰੱਬ ਦੀ ਬੰਦਗੀ ਦਾ ਫਲ ਹੈ ਕਿ ਇੱਕ ਵਾਰ ਵਾਹਿਗੁਰੂ ਦੀ ਬੰਦਗੀ ਕੀਤੀ ਜਾਵੇ ਤੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪਿਆ ਜਾਵੇ ਤੇ ਉਸ ਦਾ ਫਲ ਹੈ ਜੋ ਖਤਮ ਨਹੀਂ ਹੁੰਦਾ ਹੈ। ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਵੀ ਐਸੇ ਬਚਨ ਹੈ ਕਿ ਗੁਰੂ ਵਾਲਾ ਬਣ ਕੇ ਜੋ ਬੰਦਗੀ ਕਰਦਾ ਹੈ ਨਾ, ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਵਰ ਦੀ ਯਾਦ ਦੇ ਵਿੱਚ ਜੁੜਦਾ ਹੈ ਨਾ, ਉਸ ਦਾ ਫਲ ਕਹਿਣ ਦੇ ਵਿੱਚ ਨਹੀਂ ਆਉਂਦਾ। ਜਿਸ ਤਰ੍ਹਾਂ ਅੰਬ ਦੇ ਦਰਖਤ ਨੂੰ ਬਾਰ-ਬਾਰ ਅੰਬ ਲੱਗਦੇ ਰਹਿੰਦੇ ਹੈ, ਤੇ ਬੰਦਗੀ ਦਾ ਫਲ ਵੀ ਇਸ ਤਰ੍ਹਾਂ ਮਿਲਦਾ ਹੈ ਕਿ ਬਾਰ-ਬਾਰ ਉਸ ਦਾ ਫਲ ਮਿਲਦਾ ਰਹਿੰਦਾ ਹੈ।
ਪੁੰਨ ਕਰਮਾਂ ਦਾ ਫਲ ਤੇ ਇੱਥੋਂ ਤੱਕ ਹੁੰਦਾ ਹੈ ਨਾ ਕਿ ਜਿੰਨਾ ਕਿਸੇ ਨੇ ਪੁੰਨ ਕਰਮ ਕੀਤਾ ਉਸ ਦਾ ਫਲ ਮਿਲਿਆ ਤੇ ਉਹ ਪੁੰਨ ਦਾ ਫਲ ਮਿਲਿਆ ਤੇ ਉਹ ਪੁੰਨ ਖਤਮ ਹੋ ਜਾਂਦਾ ਹੈ, ਦੁਬਾਰਾ ਉਸ ਦਾ ਕੋਈ ਫਲ ਨਹੀਂ ਮਿਲਦਾ। ਪਰ ਰੱਬ ਦੀ ਬੰਦਗੀ ਇਹੋ ਜਿਹੀ ਚੀਜ਼ ਹੈ ਜਿਸ ਦਾ ਫਲ ਖਤਮ ਨਹੀਂ ਹੁੰਦਾ, ਸਮੇਂ ਦੇ ਅਨੁਸਾਰ ਬਾਰ-ਬਾਰ ਫਲ ਮਿਲਦਾ ਰਹਿੰਦਾ ਹੈ। ਇੱਥੇ ਦੱਸਦੇ ਹਨ ਕਿ ਹਰਨਾਕਸ਼ ਨੇ ਇੰਨੀ ਕਠਿਨ ਤਪੱਸਿਆ ਕੀਤੀ, ਘੋਰ ਤਪੱਸਿਆ ਕੀਤੀ, ਇਸ ਦਾ ਫਲ ਇਸ ਨੂੰ ਇਹ ਪ੍ਰਾਪਤ ਹੋਇਆ ਕਿ ਇਸ ਦੀ ਹੁਣ ਤਿੰਨੇ ਲੋਕਾਂ ਦੇ ਉੱਪਰ ਇਸ ਦੀ ਆਗਿਆ ਚੱਲਦੀ ਹੈ। ਉਗਰ ਦੰਡ ਧਰ ਸਭ ਕੈ ਸੀਸਾ। ਪਰ ਇਸ ਨੇ ਇਸ ਤਪੱਸਿਆ ਦੇ ਵਿੱਚੋਂ ਜੋ ਵਰ ਪ੍ਰਾਪਤ ਕੀਤੇ, ਇਸ ਦੇ ਨਾਲ ਇਸ ਨੂੰ ਵਿਸ਼ੇਸ਼ ਵੱਡਾ ਲਾਭ ਪ੍ਰਾਪਤ ਨਹੀਂ ਹੋਣ ਵਾਲਾ, ਕਿਉਂਕਿ ਇਸ ਨੇ ਸੰਕਲਪ ਇਹੋ ਜਿਹਾ ਕੀਤਾ ਕਿ ਮੈਂ ਇਹ ਤਪੱਸਿਆ ਕਰਕੇ ਵਿਸ਼ਨੂੰ ਭਗਵਾਨ ਦੇ ਪਾਸੋਂ ਆਪਣੇ ਭਰਾ ਦਾ ਬਦਲਾ ਲਵਾਂਗਾ ਤੇ ਆਪਣੇ ਬੈਰੀਆਂ ਨੂੰ ਨਾਸ਼ ਕਰਾਂਗਾ। ਇਸ ਨੇ ਇਹ ਸੰਕਲਪ ਨਹੀਂ ਕੀਤਾ ਤਪੱਸਿਆ ਦੇ ਵਿੱਚੋਂ ਕਿ ਮੈਨੂੰ ਮਨ ਦੀ ਸ਼ਾਂਤੀ, ਮਨ ਦੀ ਠੰਡ ਪ੍ਰਾਪਤ ਹੋ ਜਾਵੇ। ਜੋ ਤਿੰਨੇ ਲੋਕਾਂ ਅਤੇ 14 ਭਵਨਾਂ ਦੇ ਵਿੱਚ ਸਭ ਤੋਂ ਵੱਡਾ ਸੁੱਖ ਹੈ ਨਾ, ਮਨ ਦੀ ਸ਼ਾਂਤੀ, ਮਨ ਦੀ ਠੰਡ, ਮਨ ਦੀ ਚੈਨ, ਉਹ ਜਿਸ ਕਿਸੇ ਨੂੰ ਪ੍ਰਾਪਤ ਹੋ ਜਾਵੇ, ਮਨ ਦੀ ਸ਼ੁੱਧੀ ਇਕਾਗਰਤਾ ਹੋ ਜਾਵੇ ਤੇ ਉਹ ਮੁਕਤੀ ਦੇ ਯੋਗ ਬਣ ਜਾਂਦਾ ਹੈ, ਮੁਕਤੀ ਦੇ ਲਾਇਕ ਹੋ ਜਾਂਦਾ ਹੈ, ਜਨਮ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ। ਪਰ ਹਰਨਾਕਸ਼ ਨੇ ਇਹ ਨਹੀਂ ਸੰਕਲਪ ਕੀਤਾ, ਉਹਨੇ ਤੇ ਐਡੀ ਘੋਰ ਤਪੱਸਿਆ ਕਰਕੇ ਇਹ ਸੰਕਲਪ ਕੀਤਾ ਕਿ ਮੈਂ ਆਪਣੇ ਸਾਰੇ ਬੈਰੀਆਂ ਨੂੰ ਖਤਮ ਕਰ ਦੇਵਾਂ, ਵਿਸ਼ਨੂੰ ਭਗਵਾਨ ਦੇ ਪਾਸੋਂ ਆਪਣਾ ਬਦਲਾ ਲਵਾਂ, ਮੈਂ ਕਦੇ ਮਰਾਂ ਨਾ, ਮ੍ਰਿਤੂ ਮੇਰੀ ਕਦੇ ਨਾ ਹੋਵੇ। ਤਾਂ ਹੁਣ ਜਦ ਇਸ ਤਰ੍ਹਾਂ ਕਰਕੇ ਇਸ ਨੇ ਹੁਣ ਤਿੰਨੇ ਲੋਕਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਸਵਰਗਾਂ ਦੇ ਵਿੱਚ ਹੀ ਆਪਣਾ ਡੰਕਾ ਵਜਾ ਦਿੱਤਾ। ਸੁਰ ਵਿਆਕੁਲ ਪੈ ਸਹਿਤ ਸੁਰੀਸ਼ਾ। ਜਿੱਥੇ ਦੁਨੀਆ ਦੇ ਲੋਕ ਇਹਨਾਂ ਦੀ ਦੈਂਤਾਂ ਦੀ ਸੈਨਾ ਤੋਂ ਤੰਗ ਆਏ ਸੀ, ਦੁਖੀ ਹੋਏ ਸਨ, ਉੱਥੇ ਸਵਰਗਾਂ ਦੇ ਦੇਵਤੇ ਉਹ ਵੀ ਬੜੇ ਵਿਆਕੁਲ ਹੋ ਜਾਂਦੇ ਹਨ। ਸਭ ਮਿਲ ਗਏ ਸ਼ਰਨ ਕਰਤਾਰਾ। ਫਿਰ ਸਾਰੇ ਦੇ ਸਾਰੇ ਦੇਵਤੇ ਮਿਲ ਕੇ ਉਸ ਪ੍ਰਭੂ ਭਗਵਾਨ ਦੀ ਸ਼ਰਨ ਦੇ ਵਿੱਚ ਪਹੁੰਚਦੇ ਹਨ। ਬਹੁ ਪ੍ਰਕਾਰ ਕੋ ਸੋਜਸ ਉਚਾਰਾ। ਭਗਵਾਨ ਦਾ ਜਸ ਬੜੇ ਤਰੀਕਿਆਂ ਦੇ ਨਾਲ ਆਪਣੇ ਰਸਨਾ ਜੇਬਾ ਤੋਂ ਕੀਤਾ। ਪਾਰ ਬ੍ਰਹਮ ਗੁਣ ਨਿਧ ਭਗਵੰਤਾ। ਤਾਂ ਭਗਵਾਨ ਜੀਆਂ ਦੇ ਪਾਸ ਬੇਨਤੀਆਂ ਕਰਦੇ ਹਨ, ਐ ਪ੍ਰਭੂ ਤੁਸੀਂ ਪਾਰ ਬ੍ਰਹਮ ਹੋ, ਬ੍ਰਹਮ ਦਾ ਹੀ ਰੂਪ ਹੋ। ਸ੍ਰੀ ਪਰਮੇਸ਼ਵਰ ਕਮਲਾ ਕੰਤਾ। ਔਰ ਆਪ ਜੀ ਕਮਲਾ ਕੰਤਾ ਜਾਣੇ ਮਾਇਆ ਦੇ ਪਤੀ ਹੋ। ਦੀਨ ਦਿਆਲ ਗੋਬਿੰਦ ਅਨੰਤਾ। ਜਿਨ੍ਹਾਂ ਦੇ ਉੱਪਰ ਦਇਆ ਕਰਨ ਵਾਲੇ ਦਿਆਲੂ ਕਿਆ ਕਿਰਪਾਲੂ ਪ੍ਰਭੂ ਹੋ। ਸੁਨਤ ਸ਼ਰਨ ਮੈਂ ਬਿਨਤੀ ਸੰਤਾ। ਔਰ ਆਪ ਜੀਆਂ ਦੀ ਸ਼ਰਨ ਦੇ ਵਿੱਚ ਪੈਣ ਵਾਲਿਆਂ ਦੀ ਆਪ ਜ਼ਰੂਰ ਬੇਨਤੀ ਸੁਣਦੇ ਹੋ। ਤੇ ਜਿੱਥੇ ਕਿਤੇ ਪ੍ਰਭੂ ਦੇ ਭਗਤ ਹਨ, ਸੰਤ ਜਨ ਹਨ, ਉਹਨਾਂ ਦੀ ਵੀ ਆਪ ਜ਼ਰੂਰ ਰੱਖਿਆ ਕਰਦੇ ਹੋ। ਇਸ ਤਰ੍ਹਾਂ ਦੇਵਤਿਆਂ ਨੇ ਭਗਵਾਨ ਦੇ ਪਾਸ ਬੇਨਤੀਆਂ ਕੀਤੀਆਂ। ਆਰਤ ਹਰਨ ਭਗਤ ਨਿਜ ਪਾਲਕ। ਔਰ ਇਹ ਬੇਨਤੀਆਂ ਕਰਦੇ ਹਨ ਕਿ ਪ੍ਰਭੂ ਆਪ ਜੀ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹੋ। ਆਪ ਜੀਆਂ ਦਾ ਕਦੇ ਨਾਸ ਅੰਤ ਨਹੀਂ ਹੁੰਦਾ। ਦੁਖਦਾਈ ਦੁਸ਼ਟਨ ਕੋ ਕਾਲਕ। ਔਰ ਜਿਹੜੇ ਦੁਖਦਾਈ ਲੋਕ ਹਨ ਨਾ, ਰੱਬ ਦੇ ਭਗਤਾਂ ਨੂੰ ਜਾਂ ਆਮ ਸੰਸਾਰੀ ਜੀਵਾਂ ਨੂੰ ਦੁਖੀ ਕਰਦੇ ਹਨ, ਤਾਂ ਉਹਨਾਂ ਦਾ ਆਪ ਨਾਸ ਕਰਦੇ ਹੋ। ਸਤ ਚਿਤ ਆਨੰਦ ਰੂਪ ਮੁਕੰਦਾ। ਆਪ ਮੁਕਤੀ ਦਾਤੇ ਹੋ, ਸਤ ਚਿਤ ਆਨੰਦ ਹੋ। ਨਮੋ ਨਮੋ ਤਵ ਪਗ ਸੁਖ ਕੰਦਾ। ਬੇਨਤੀ ਕਰਦੇ ਹਨ ਦੇਵਤੇ ਕਿ ਐ ਪ੍ਰਭੂ, ਐ ਭਗਵਾਨ, ਆਪ ਜੀਆਂ ਦੇ ਚਰਨਾਂ ਤੇ ਸਾਡੇ ਦੇਵਤਿਆਂ ਦੀਆਂ ਬਾਰ-ਬਾਰ ਨਮਸਕਾਰਾਂ ਹਨ। ਹਰ ਹੋ ਪੀਰ ਹਮਰੀ ਜਗ ਸਾਈ। ਫੇਰ ਬੇਨਤੀ ਕਰਦੇ ਹੋ ਜਿੱਥੇ ਆਪ ਦੁਨੀਆ ਦੇ ਦੁੱਖ ਦੂਰ ਕਰਦੇ ਹੋ ਨਾ, ਤੇ ਆਪ ਦੁਸ਼ਟਾਂ ਦਾ ਨਾਸ ਕਰਦੇ ਹੋ, ਉਥੇ ਸਾਡੀ ਵੀ ਬੇਨਤੀ ਨੂੰ ਮੰਨਣਾ ਕਰੋ। ਹਨ ਹੋ ਦੈਤ ਸਭ ਹਨ ਦੁਖਦਾਈ। ਪ੍ਰਭੂ ਸਾਡੀ ਵੀ ਬੇਨਤੀ ਨੂੰ ਮੰਨੋ, ਸਾਡੀ ਵੀ ਰੱਖਿਆ ਕਰੋ, ਸਾਡੀ ਸਹਾਇਤਾ ਕਰੋ। ਇਹ ਹਰਨਾਕਸ਼ ਦੇ ਜੋ ਦੈਂਤ ਹਨ,
ਹਰਨਾਕਸ਼ ਅਤੇ ਇਹਨਾਂ ਦੇ ਦੈਂਤਾਂ ਤੋਂ ਸਾਡਾ ਬਚਾਅ ਕਰ ਦੇਵੋ। ਇਸ ਬਿਦ ਕੀ ਜਬ ਬਿਨਤੀ ਠਾਨੀ, ਜਦ ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਉਸ ਹਰਨਾਕਸ਼ ਨੇ ਤੇ ਸਾਰੇ ਦੁਨੀਆ ਦੇ ਵਿੱਚ ਰਹਿਣ ਵਾਲੇ ਦਿਜ ਆਦਿ ਪੰਡਤ ਆਦਿ ਅਰ ਭਗਵਾਨ ਦੇ ਭਗਤਾਂ ਦਾ ਨਾਸ ਕਰ ਦਿੱਤਾ ਹੈ, ਫਿਰ ਦੇਵਤਿਆਂ ਦੀ ਪੁਰੀ ਦੇ ਉੱਪਰ ਆ ਕੇ ਕਬਜ਼ਾ ਕਰ ਲਿਆ ਹੈ। ਸਾਰੇ ਦੇਵਤੇ ਉਸ ਤੋਂ ਭੈ ਭੀਤ ਹਨ ਤੇ ਸਾਡੀ ਇਸ ਮੁਸ਼ਕਲ ਦੇ ਸਮੇਂ ਪ੍ਰਭੂ ਤੁਸੀਂ ਜ਼ਰੂਰ ਬੇਨਤੀ ਸੁਣੋ, ਸਾਡੀ ਰੱਖਿਆ ਕਰੋ। ਭਈ ਗਗਨ ਤੇ ਅਮਰਨ ਬਾਨੀ, ਜਦ ਇਸ ਤਰ੍ਹਾਂ ਦੇ ਤਰਲੇ ਕੀਤੇ, ਬੇਨਤੀਆਂ ਕੀਤੀਆਂ ਭਗਵਾਨ ਦੇ ਪਾਸ, ਤਾਂ ਇਹਨਾਂ ਦੇਵਤਿਆਂ ਨੂੰ ਆਕਾਸ਼ਬਾਣੀ ਹੋਈ, ਜੋ ਕਿਸੇ ਸਮੇਂ ਭਗਤਾਂ ਨੂੰ ਉਸ ਪਰਮੇਸ਼ਵਰ ਦੀ, ਪ੍ਰਭੂ ਦੀ ਆਵਾਜ਼ ਸੁਣਾਈ ਦਿੰਦੀ ਹੈ। ਤਾਂ ਜਦ ਇਸ ਤਰ੍ਹਾਂ ਇਹਨਾਂ ਦੇਵਤਿਆਂ ਨੂੰ ਆਕਾਸ਼ਬਾਣੀ ਹੁੰਦੀ ਹੈ, ਜਿਨ ਭੈ ਤਰਹੁ ਚਿੰਤ ਕਰ ਹਾਨੀ, ਤਾਂ ਆਕਾਸ਼ਬਾਣੀ ਹੋਈ ਦੇਵਤਿਆਂ ਨੂੰ ਕਿ ਤੁਸੀਂ ਜਿਸ ਚੀਜ਼ ਦਾ ਭੈ ਆਪਣੇ ਮਨ ਦੇ ਵਿੱਚ ਰੱਖਦੇ ਹੋ ਨਾ, ਜਿਸ ਗੱਲ ਦਾ ਤੁਹਾਨੂੰ ਖਤਰਾ ਹੈ, ਡਰ ਹੈ, ਉਹ ਆਪਣੇ ਮਨ ਦਾ ਡਰ ਹੁਣ ਦੂਰ ਕਰ ਦੇਵੋ। ਦੈਤ ਦੁਸ਼ਟੰਤਾ ਮੈਂ ਸਭ ਜਾਨੀ, ਕਿ ਅਸੀਂ ਇਸ ਦੈਤ ਦੀ ਦੁਸ਼ਟਤਾ, ਦੁਸ਼ਟਪਣਾ ਜਾਣ ਲਿਆ ਹੈ। ਸੁਤ ਇਸ ਕੋ ਹਵੈ ਹੈ ਸੁਭ ਸਾਧੂ, ਔਰ ਕਹਿਣ ਲੱਗੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਥੋੜੇ ਸਮੇਂ ਤੋਂ ਬਾਅਦ ਇਸ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਵੇਗਾ। ਹਰਨਾਕਸ਼ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ, ਜੋ ਇੱਕ ਵੱਡਾ ਸਾਧੂ, ਵੱਡਾ ਮਹਾਂਪੁਰਖ ਹੋਵੇਗਾ। ਕਰ ਵਿਰੋਧ ਤੈ ਬਿਨ ਅਪਰਾਧੋ, ਪਰ ਇਸ ਦੁਸ਼ਟ ਦੈਂਤ ਨੇ, ਹਰਨਾਕਸ਼ ਨੇ, ਉਸ ਆਪਣੇ ਪੁੱਤਰ ਦੇ ਨਾਲ ਵੀ ਬੜਾ ਬੈਰ ਬੰਨ੍ਹ ਲੈਣਾ ਹੈ। ਤਬ ਮੈਂ ਪ੍ਰਗਟ ਹੋਏ ਜਗ ਮਾਹੀ, ਜਦ ਇਸ ਤਰ੍ਹਾਂ ਆਪਣੇ ਪੁੱਤਰ ਦੇ ਨਾਲ ਬੈਰ ਬੰਨ੍ਹ ਲੈਣਾ ਹੈ, ਕਿਉਂਕਿ ਉਹ ਰੱਬ ਦਾ ਭਗਤ ਹੋਵੇਗਾ, ਰੱਬ ਦੀ ਬੰਦਗੀ ਕਰੇਗਾ, ਤੇ ਇਹ ਰੱਬ ਦੇ ਬੰਦਗੀ ਅਤੇ ਰੱਬ ਦੇ ਭਗਤਾਂ ਤੋਂ, ਜਾਣੇ ਪਰਮਾਰਥ ਦੇ ਉਲਟ ਖਿਆਲਾਂ ਤੋਂ ਚੱਲਣ ਵਾਲਾ ਹੈ ਹਰਨਾਕਸ਼। ਤੇ ਇਸ ਦੇ ਘਰ ਦੇ ਵਿੱਚ ਇੱਕ ਸਾਧੂ ਮਹਾਤਮਾ ਪ੍ਰਗਟ ਹੋ ਜਾਵੇਗਾ। ਤਾਂ ਭਾਈ ਸਾਹਿਬ, ਭਾਈ ਗੁਰਦਾਸ ਜੀ ਵੀ ਇਹਨਾਂ ਪੰਕਤੀਆਂ ਨੂੰ ਲਿਖਣਾ ਕਰਦੇ ਹਨ। ਘਰ ਹਰਨਾਕਸ਼ ਦੈਂਤ ਦੇ ਕਵਲ ਕਲਰ ਭਗਤ ਪ੍ਰਹਿਲਾਦ, ਤੇ ਭਗਤ ਪ੍ਰਹਿਲਾਦ ਜੀਆਂ ਦਾ ਹਰਨਾਕਸ਼ ਦੇ ਘਰ ਦੇ ਵਿੱਚ ਇਸ ਤਰ੍ਹਾਂ ਜਨਮ ਹੋਇਆ, ਜਿਵੇਂ ਕੱਲਰ ਦੀ ਧਰਤੀ ਦੇ ਉੱਪਰ ਕਵਲ ਦਾ ਫੁੱਲ ਉੱਗ ਜਾਵੇ। ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਕਿਉਂਕਿ ਕਵਲ ਦੇ ਫੁੱਲ ਹਮੇਸ਼ਾ ਸਰੋਵਰਾਂ ਦੇ ਵਿੱਚ, ਤਾਲਾਂ ਦੇ ਵਿੱਚ ਹੋਇਆ ਕਰਦੇ ਹੈ, ਪਾਣੀ ਤੋਂ ਬਿਨਾਂ ਨਹੀਂ ਹੋ ਸਕਦੇ। ਤੇ ਇਹ ਤੇ ਅਚਰਜ ਗੱਲ ਹੈ ਕਿ ਇੱਕ ਆਮ ਰੜੇ ਮੈਦਾਨ ਦੇ ਵਿੱਚ ਕੱਲਰ ਦਾ ਕਵਲ ਫੁੱਲ ਉੱਗ ਆਵੇ, ਕਵਲ ਦਾ ਫੁੱਲ ਰੜੇ ਮੈਦਾਨ ਦੇ ਵਿੱਚ ਉੱਗ ਆਵੇ, ਇਹ ਅਚਰਜ ਗੱਲ ਹੈ। ਤਾਂ ਇਸੇ ਤਰ੍ਹਾਂ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਕਿ ਇਹ ਵੀ ਅਚਰਜ ਗੱਲ ਹੈ ਕਿ ਇੱਕ ਦੈਂਤ ਦੇ ਘਰ ਦੇ ਵਿੱਚ, ਇੱਕ ਰਾਖਸ਼ ਦੇ ਘਰ ਦੇ ਵਿੱਚ ਰੱਬ ਦੇ ਭਗਤ ਦਾ, ਇੱਕ ਮਹਾਂਪੁਰਖ ਦਾ ਜਨਮ ਹੋ ਜਾਵੇ। ਤਾਂ ਭਗਵਾਨ ਨੇ ਆਕਾਸ਼ਬਾਣੀ ਦੁਆਰਾ ਦੱਸਿਆ ਕਿ ਹੁਣ ਸਮਾਂ ਦੂਰ ਨਹੀਂ ਹੈ, ਸਮਾਂ ਨੇੜੇ ਹੀ ਹੈ, ਕਿ ਇਸ ਹਰਨਾਕਸ਼ ਦੈਂਤ ਦੇ ਘਰ ਦੇ ਵਿੱਚ ਇੱਕ ਰੱਬ ਦਾ ਭਗਤ ਪ੍ਰਗਟ ਹੋਵੇਗਾ, ਤੇ ਜਿਸ ਨੂੰ ਇਹ ਬੜਾ ਦੁਖੀ ਕਰੇਗਾ ਤੇ ਉਸ ਨੂੰ ਬਾਰ-ਬਾਰ ਮਾਰਨ ਦੀ ਕੋਸ਼ਿਸ਼ ਕਰੇਗਾ। ਆਖਰਕਾਰ ਉਸ ਰੱਬ ਦੇ ਭਗਤ ਦੀ, ਜਾਣੇ ਪ੍ਰਹਿਲਾਦ ਦੀ ਰੱਖਿਆ ਦੇ ਵਾਸਤੇ ਵਿਸ਼ਨੂੰ ਭਗਵਾਨ ਨੇ ਫਿਰ ਉਸ ਤਰ੍ਹਾਂ ਨਰਸਿੰਘ ਰੂਪ ਪ੍ਰਗਟ ਹੋ ਕੇ ਇਸ ਹਰਨਾਕਸ਼ ਦਾ ਅੰਤ ਕਰ ਦੇਣਾ ਹੈ। ਤੁਹਾਡੀ ਸਾਰੇ ਦੇਵਤਿਆਂ ਦੀ, ਸਾਰੇ ਰੱਬ ਦੇ ਭਗਤਾਂ ਦੀ। ਤਾਂ ਇਸ ਤਰ੍ਹਾਂ ਕਰਕੇ ਭਗਵਾਨ ਨੇ ਰੱਖਿਆ ਕਰਨੀ ਹੈ। ਤੁਸੀਂ ਆਪਣੇ ਹੁਣ ਮਨ ਦੇ ਵਿੱਚੋਂ ਇਹ ਸ਼ੰਕਾ ਦੂਰ ਕਰ ਦੇਵੋ। ਆਕਾਸ਼ਬਾਣੀ ਦੇ ਦੁਆਰਾ ਉਸ ਭਗਵਾਨ ਨੇ ਇਹਨਾਂ ਦੇਵਤਿਆਂ ਨੂੰ ਸਾਰੀ ਆਉਣ ਵਾਲੀ ਵਾਰਤਾ ਸੁਣਾ ਦਿੱਤੀ, ਦੱਸ ਦਿੱਤੀ। ਹੁਣ ਜਿਸ ਪ੍ਰਕਾਰ ਅੱਗੇ ਹਰਨਾਕਸ਼ ਦੇ ਘਰ ਦੇ ਵਿੱਚ ਭਗਤ ਪ੍ਰਹਿਲਾਦ ਜੀਆਂ ਦਾ ਜਨਮ ਹੋਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਤਬ ਮੈਂ ਪ੍ਰਗਟ ਹੋਏ ਜਗ ਮਾਹੀ, ਤੂਰਨ ਹਨੋ ਨਾ ਛਾਡੋ ਤਾਹੀ।
ਤਬ ਮੈਂ ਪ੍ਰਗਟ ਹੋਏ ਜਗ ਮਾਹੀ ਤੂਰਨ ਹਨੋ ਨ ਛਾਡੋ ਤਾਹੀ ਹੇ ਅਚੁੱਤ ਹੇ ਪਾਰ ਬ੍ਰਹਮ ਬ੍ਰਹਮ ਅਬਨਾਸੀ